आंटी सर उठ के क्योंकि ना मेरी सारा काम होगा सर ओहो सत श्री अकाल सर सत श्री अकाल जी सत श्री अकाल की हाल है बढ़िया सर तुम सुनाओ जी किवें हो बस बहुत बढ़िया तुम सुनाओ ठीक हो सारे कौन कौन हाँ एक मिनट कितना पता लग रही है कौन कौन ज्वाइन कर गए अंकुश राणा पुरुषोत्तम है मुकुल मेहता मैं बाकी इत्थे करूंगे कितना ईशु ठाकुर दविंदर मान विक्रांत गुरजिंदर ईशु प्रियंका वरिंदर मान जया भुपिंदर बनी एक्टर भी जुड़ा हुआ है शायद चलो वापस कितने आना तो कोल ही बैठ जाएगी बस कुछ नहीं वापस चलो ਸਾਰੇ ਦੋਸਤੋ ਨਮਸਤੇ ਪਹਿਲਾਂ ਤਾਂ ਸਾਰਿਆਂ ਨੂੰ ਤੇ ਥੋੜਾ ਜਿਹਾ ਲੇਟ ਹੋ ਗਏ ਥੋੜਾ ਲੇਟ ਇਸ ਕਰਕੇ ਹੋ ਗਏ ਕਿ ਨਵੀਂ ਟੈਕਨੀਕ ਹੈ ਉਹਨੂੰ ਸਮਝਣ ਦੇ ਵਿੱਚ ਦੇਰ ਹੋ ਰਹੀ ਸੀਗੀ ਮੋਬਾਈਲ ਤੇ ਲੱਗ ਨਹੀਂ ਰਿਹਾ ਸੀ ਫਿਰ ਸ਼ੈਡੀ ਨੂੰ ਬੁਲਾਇਆ ਘਰ ਵੀ ਆ ਕੇ ਜਰਾ ਥੋੜੀ ਮਦਦ ਕਰ ਤੇ ਹੁਣ ਥੋੜਾ ਜਿਹਾ ਤੁਹਾਡੇ ਸਹਿਯੋਗ ਨਾਲ ਗੱਲ ਹੋ ਗਈ ਆਪਣੀ ਸ਼ੁਰੂ ਹੋ ਗਿਆ ਆਨਲਾਈਨ ਅਸੀਂ ਮੈਨੂੰ ਲੱਗਦਾ ਹੈ ਕਿ हाँ मैनू लगता है कि अपनी ये जिहड़ी है ऑनलाइन शायद पहली मीटिंग है या शायद एक बारी शायद पहला विक्रांत जी ने इदा कोशिश की सी शायद आप कोई इदा मीटिंग वर्चुअल इस तरह की है असी इस टाइम सब जने अपने अपने घर दे विच या जो भी पूरे हिंदुस्तान दी इस टाइम तस्वीर है वो बहुत इस महामारी करके तकलीफदायक है रोज सानू कोई ना कोई इस तरह की खबर भी सुननी पैंदी है कोई अपना प्यारा कुछ जुदा हो रहा साडे तो और कोई ना कोई परिवार जिहड़ा है इस मुसीबत के टाइम दे विच अपने अपने जगह दे उत्ते क्वारंटाइन हुए ने और हुणे जिद्दां हुण अज भी एक खबर बहुत ये सी रोहित सरदाना जिहड़ा एंकर सी ओदा अकाल चलाना हो गया और नॉन जिहड़े है GS चन्नी जी उन्हां दा परिवार पूरा पॉजिटिव हैगा बीबी हरजिंदर कौर जी ते इस तरह बहुत सारे लोग है ते इस स्थिति दे विच मैनूं ये लग रहा सीगा कि असी कोई ना कोई अपना ਜਿਹੜਾ रोज मिलन ਦਾ ਆਪਾਂ ਇੱਕ ਕੰਮ ਕਰਦੇ ਸੀ ਜਿਹੜੀ ਅਸੀਂ ਆਪਣੀ ਥੀਏਟਰ ਐਕਟੀਵਿਟੀ ਕਰਦੇ ਸੀ ਮੈਨੂੰ ਲੱਗਦਾ ਹੈ ਕਿ ਉਹ ਅਸੀਂ ਹੁਣ ਹੋਰ ਵੀ ਜ਼ਿਆਦਾ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ ਆਪਣੇ ਆਪਣੇ ਘਰ ਦੇ ਵਿੱਚ ਬੈਠ ਕੇ ਉਸ ਨੂੰ ਅਸੀਂ ਕਰ ਸਕਦੇ ਹਾਂ ਅੱਜ ਸਭ ਤੋਂ ਪਹਿਲਾਂ ਭਵਸ਼ੀਲ ਜੀ ਇੱਕ ਵਾਰੀ ਮੈਨੂੰ ਤੁਸੀਂ ਦੱਸ ਦਿਓ ਕਿ ਦਾ ਟਾਈਮ ਕਿੰਨਾ ਹੋਏਗਾ ਮੀਟਿੰਗ ਦਾ ਅੱਜ ਸਰ ਇੱਥੇ ਨਾ ਆਈ ਥਿੰਕ ਹੁਣੇ ਸ਼ੋ ਨਹੀਂ ਕਰ ਰਹੇ ਸਰ ਮੈਨੂੰ ਲੱਗਦਾ ਆਪਣੇ ਆਪ ਹੀ ਅੱਛਾ ਚਲੋ ਜੇ ਜਦੋਂ ਇਹਦਾ ਟਾਈਮ ਓਵਰ ਹੋ ਜੇ ਤੇ ਮੈਨੂੰ ਲੱਗਦਾ ਹੈ ਕਹਿੰਦੇ ਕਿ ਦੁਬਾਰਾ ਫਿਰ ਰੀਸਟਾਰਟ ਕਰਕੇ ਉਸ ਚ ਸਾਰੇ ਐਂਟਰ ਕਰ ਜੋ ਫਿਰ ਦੁਬਾਰਾ ਟਾਈਮ ਸ਼ੁਰੂ ਹੋ ਜਾਂਦਾ ਅੱਜ ਦਾ ਦਿਨ ਜੇ ਆਪਾਂ ਸ਼ੁਰੂ ਕਰਾਂਗੇ ਤੇ ਜੇ ਅਗਰ ਇਸ ਤਰ੍ਹਾਂ ਹੋਇਆ ਕਿ ਟਾਈਮ ਖਤਮ ਹੋ ਗਿਆ ਤੇ ਅਸੀਂ ਦੁਬਾਰਾ ਫਿਰ ਜੁਆਇਨ ਕਰ ਲਈਏ ਉਸ ਨੂੰ ਯੈਸ ਯੈਸ ਬੈਂਸ ਵੀ ਸਾਡੇ ਨਾਲ ਜੁੜ ਗਿਆ ਹੈਗਾ ਬੈਂਸ ਦਾ ਵੀ ਧੰਨਵਾਦ ਸਤਿ ਸ੍ਰੀ ਅਕਾਲ ਬੈਂਸ ਜੀ ਤੁਹਾਡਾ ਵੀ ਤੇ ਉਸ ਇਸ ਸਮੇਂ ਦੇ ਵਿੱਚ ਇਸ ਸਮੇਂ ਨੂੰ ਆਪਾਂ ਕਿਸ ਤਰੀਕੇ ਨਾਲ ਯੂਟਿਲਾਈਜ਼ ਕਰੀਏ ਪਹਿਲਾਂ ਤਾਂ ਸਭ ਤੋਂ ਵੱਡੀ ਇਹ ਗੱਲ ਸੀ ਔਰ ਦੂਸਰਾ ਸਾਡੇ ਸਾਰਿਆਂ ਦੀ ਇੱਕ ਆਪਸ ਦੇ ਵਿੱਚ ਕਨੈਕਟੀਵਿਟੀ ਬਣੀ ਰਹੇ ਉਹ ਬਹੁਤ ਜ਼ਰੂਰੀ ਸੀਗਾ ਇਹਨਾਂ ਸਥਿਤੀਆਂ ਦੇ ਵਿੱਚ ਅਸੀਂ ਲਾਸਟ ਜਿਹੜਾ ਹੈ ਥੀਏਟਰ ਫੈਸਟੀਵਲ ਕੀਤਾ ਔਰ ਉਹ ਤੋਂ ਬਾਅਦ ਆਲਮੋਸਟ ਫਿਰ ਅਸੀਂ ਕੁਆਰੰਟਾਈਨ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਫਿਰ ਅਸੀਂ ਆ ਗਏ ਇਸੇ ਤਰ੍ਹਾਂ ਜਦੋਂ ਲਾਸਟ ਈਅਰ ਅਸੀਂ ਆਪਣਾ ਥੀਏਟਰ ਫੈਸਟੀਵਲ ਵਿੰਟਰ ਫੈਸਟੀਵਲ ਖਤਮ ਕੀਤਾ ਸੀ 2020 ਦੇ ਵਿੱਚ ਮਾਰਚ ਦੇ ਦਿਨਾਂ ਦੇ ਵਿੱਚ ਔਰ ਉਹ ਤੋਂ ਬਾਅਦ 22 ਮਾਰਚ ਤੋਂ ਬਾਅਦ ਲੋਕਡਾਊਨ ਹੋ ਗਿਆ ਸੀ ਔਰ ਉਹ ਲੋਕਡਾਊਨ ਦੇ ਦੌਰਾਨ ਸਾਰਾ ਸਾਲ ਅਸੀਂ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਹੀ ਬਤੀਤ ਕੀਤਾ ਜਿਸ ਤਰੀਕੇ ਨਾਲ ਕਿਸਨੇ ਜੋ ਵੀ ਸਮਾਂ ਪਾਸ ਕੀਤਾ
ਉਸ ਦੌਰਾਨ ਵੀ ਸਾਡੇ ਮਨ ਦੇ ਵਿੱਚ ਸੀਗਾ ਕਿ ਕੋਈ ਨਾ ਕੋਈ ਅਸੀਂ ਥੀਏਟਰ ਦੀ ਆਪਣੀ ਐਕਟੀਵਿਟੀ ਸ਼ੁਰੂ ਕਰ ਲਈਏ ਜਾਂ ਡਿਸਕਸ਼ਨ ਕਰ ਲਈਏ। ਬਹੁਤ ਸਾਰੀਆਂ ਮੀਟਿੰਗਸ ਅਸੀਂ ਬਾਹਰ ਓਪਨ ਦੇ ਵਿੱਚ ਕੀਤੀਆਂ, ਲੇਕਿਨ ਕੋਈ ਜ਼ਿਆਦਾ ਕਾਰਗਰ ਸਾਡੀ ਸਿੱਧ ਨਹੀਂ ਹੋ ਪਾਈ ਸੀਗੀ। ਹੁਣ ਵੀ ਜਦੋਂ ਅਸੀਂ ਇਹ ਫੈਸਟੀਵਲ ਖਤਮ ਹੋਣ ਤੋਂ ਬਾਅਦ ਸਾਡਾ ਫੇਰ ਜਿਹੜਾ ਹੈ ਇੱਕ ਤਰੀਕੇ ਨਾਲ ਲੋਕਡਾਊਨ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ, ਔਰ ਇਹ ਲੱਗਦਾ ਹੈ ਮੈਨੂੰ ਫੇਰ ਇਹ ਲੰਬਾ ਸਮਾਂ ਨਾ ਚੱਲੇ ਜਿਸ ਤਰੀਕੇ ਦੇ ਹਾਲਾਤ ਹੈ। ਜਲਦੀ ਪ੍ਰਮਾਤਮਾ ਕਰੇ ਕਿ ਇਹ ਸਭ ਦੁਨੀਆ ਤੋਂ ਇਹ ਕਸ਼ਟ ਦੂਰ ਹੋ ਜਾਏ, ਅਸੀਂ ਦੁਬਾਰਾ ਫੇਰ ਆਪਣੀ ਮੂਡ ਐਕਟੀਵਿਟੀ ਦੇ ਵਿੱਚ ਆਈਏ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਦੇ ਬਾਰੇ ਇੱਕ ਰੋਜ਼, ਹੁਣ ਜਿਸ ਤਰੀਕੇ ਨਾਲ ਲੋਕਡਾਊਨ ਵੀ ਹੈਗਾ ਸ਼ਹਿਰ ਦੇ ਵਿੱਚ, ਸ਼ਾਮ ਨੂੰ ਸ਼ੁਰੂ ਹੋ ਜਾਣਾ ਹੈ ਹਰ ਰੋਜ਼, ਔਰ ਸੈਚਰਡੇ ਸੰਡੇ ਲੋਕਡਾਊਨ ਹੈ ਫੁੱਲ, ਤੇ ਅਸੀਂ ਆਪਣੀ ਐਕਟੀਵਿਟੀ ਰੋਜ਼ ਦੀ ਇੱਕ ਸ਼ੁਰੂ ਕਰਾਂਗੇ, ਔਰ ਉਹਦੇ ਵਿੱਚ ਅਸੀਂ ਇੱਕ ਗਰੁੱਪ ਡਿਸਕਸ਼ਨ ਦੇ ਤੌਰ ਦੇ ਉੱਤੇ ਵੀ ਇਹ ਸਾਰੀ ਸ਼ੁਰੂਆਤ ਕਰਾਂਗੇ। ਔਰ ਸਾਰੀ ਗੱਲਬਾਤ ਅਗਲੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਅਸੀਂ ਇਸ ਮਾਰਚ ਦੇ ਦੌਰਾਨ ਜੋ ਅਸੀਂ ਕੰਮ ਕੀਤੇ ਹੈਗੇ ਹੈ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵੀ ਮੁਬਾਰਕਬਾਦ ਦਿੰਦਾ ਹੈਗਾ ਕਿ ਖਾਸ ਤੌਰ ਤੇ ਜਿਹੜਾ ਅਸੀਂ ਇਹ ਥੀਏਟਰ ਫੈਸਟੀਵਲ ਕੀਤਾ, ਜਿਨ ਸਥਿਤੀਆਂ ਦੇ ਵਿੱਚ ਕੀਤਾ, ਔਰ ਉਹਦੇ ਵਿੱਚ ਇਹ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਅਸੀਂ ਇਹ ਮੌਕਾ ਜੇ ਚੂਕ ਜਾਂਦੇ ਤੇ ਇਹ ਸ਼ਾਇਦ ਫੈਸਟੀਵਲ ਨਾ ਹੋ ਪਾਤਾ। ਇਸ ਦੌਰਾਨ ਇਸ ਫੈਸਟੀਵਲ ਦੇ ਵਿੱਚ ਸਾਡੇ ਜਿੰਨਾ ਵੀ ਟਾਈਮ ਖੁੱਲਿਆ ਉਹਦੇ ਵਿੱਚ ਅਸੀਂ ਬਾਹਰ ਦੇ ਸ਼ੋਅ ਕੀਤੇ। ਬਾਹਰ ਦੇ ਸ਼ੋਅ ਦੇ ਵਿੱਚ ਬੇਗੂਸਰਾਏ, ਗੋਰਖਪੁਰ ਔਰ ਇਲਾਹਾਬਾਦ, ਜਿਨ੍ਹਾਂ ਦੇ ਵਿੱਚ ਭੋਪਾਲ ਵਾਲਾ ਮਿਸ ਹੋ ਗਿਆ। ਇਸ ਦੌਰਾਨ ਇੱਕ ਜਿਹੜੀ ਸਰਕਾਰ ਤੋਂ ਪਰਮਿਸ਼ਨ ਲੈਣੀ ਸੀਗੀ ਅਸੀਂ ਕਰੋਨਾ ਟਾਈਮ ਦੇ ਵਿੱਚ ਜਾਂ ਉਸ ਫੈਸਟੀਵਲ ਨੂੰ ਕਰਨ ਦੇ ਵਿੱਚ, ਉਸ ਨੂੰ ਸ਼ਰਨਜੀਤ ਜੀ ਨੇ ਫੈਸਟੀਵਲ ਦੀ ਜਿਹੜੀ ਹੈ ਪਰਮਿਸ਼ਨ ਦਵਾਈ। ਇਸ ਕਰਕੇ ਸ਼ਰਨਜੀਤ ਦਾ ਬਹੁਤ ਬਹੁਤ ਧੰਨਵਾਦ। ਐਸੀਆਂ ਔਕਵਰਡ ਪੋਜੀਸ਼ਨ ਦੇ ਵਿੱਚੋਂ ਪਰਮਿਸ਼ਨ ਲੈਣੀ ਔਰ ਫੈਸਟੀਵਲ ਆਰਗੇਨਾਈਜ਼ ਕਰਨਾ, ਇਹ ਬਹੁਤ ਵੱਡੀ ਗੱਲ ਸੀਗੀ, ਕੋਈ ਛੋਟੀ ਗੱਲ ਨਹੀਂ ਸੀਗੀ। ਇਸ ਕਰਕੇ ਸ਼ਰਨਜੀਤ ਜੀ ਦਾ, ਔਰ ਇਸ ਫੈਸਟੀਵਲ ਨੂੰ ਸਿਰੇ ਚੜਾਉਣਾ, ਉਹਦੇ ਵਿੱਚ ਸਭ ਦਾ ਜਿਹੜਾ ਹੈ ਆਪਣੇ ਆਪਣੇ ਤੌਰ ਦੇ ਉੱਤੇ ਅਲੱਗ-ਅਲੱਗ ਯੋਗਦਾਨ ਜਿੰਨਾ ਵੀ ਸਾਰਿਆਂ ਨੇ ਦਿੱਤਾ, ਉਹ ਕਾਬਿਲੇ ਤਾਰੀਫ ਹੈਗਾ। ਮਸਲਨ ਅਗਰ ਮੈਂ ਜਿਸ ਤਰੀਕੇ ਨਾਲ ਸ਼ਰਨਜੀਤ ਜੀ ਦਾ ਨਾਮ ਲੈਂਦਾ ਹੈਗਾ, ਇਸ ਤਰੀਕੇ ਨਾਲ ਵਿਕਰਾਂਤ ਜੀ ਨੇ ਉਹ ਸਾਰੇ ਨੂੰ ਘੱਟ ਟਾਈਮ ਦੇ ਵਿੱਚ ਪਬਲਿਸਿਟੀ ਦੇ ਤੌਰ ਦੇ ਉੱਤੇ, ਕਾਰਡ ਦੇ ਤੌਰ ਦੇ ਉੱਤੇ, ਔਰ ਜਿੰਨਾ ਵੀ ਮੀਡੀਆ ਨੂੰ ਕੰਟਰੋਲ ਕਰਨ ਵਾਲੀ ਜੋ ਵੀ ਉਹਨਾਂ ਦੇ ਕੰਮ ਜ਼ਿੰਮੇ ਲਾਇਆ ਸੀਗਾ, ਉਸ ਕੰਮ ਨੂੰ ਕਰਨ ਦੇ ਵਿੱਚ ਉਹਨਾਂ ਨੇ ਭਰਪੂਰ ਇਸ ਗੱਲ ਦਾ ਜਿਹੜਾ ਹੈ ਸਾਥ ਦਿੱਤਾ। ਗੁਰਪ੍ਰੀਤ ਬੈਂਸ ਨੇ ਲਗਾਤਾਰ ਰਿਹਰਸਲਾਂ ਦੇ ਦੌਰਾਨ ਕਰਕੇ ਆਪਣੀ ਇੱਕ ਪ੍ਰੋਡਕਸ਼ਨ ਜਿਹੜੀ ਹੈ 7 ਬੇਗਾਨੇ ਉਹ ਕੀਤੀ। ਉਸ ਕਰਨ ਤੋਂ ਬਾਅਦ ਪੂਰੇ ਫੈਸਟੀਵਲ ਨੂੰ ਕਿਸ ਤਰੀਕੇ ਨਾਲ ਆਰਗੇਨਾਈਜ਼ ਕੀਤਾ, ਉਹ ਬਹੁਤ ਸ਼ਾਬਾਸ਼ੀ ਦਾ ਹੱਕਦਾਰ ਹੈਗਾ। ਸਾਰੇ ਹੱਕਦਾਰ ਹੈਗੇ, ਇਹ ਨਹੀਂ ਕਿ ਮਤਲਬ ਪਾਰਟਿਕੂਲਰਲੀ, ਕਿਉਂਕਿ ਉਸਨੇ ਡਾਇਰੈਕਸ਼ਨ ਵੱਲ ਵੀ ਧਿਆਨ ਦਿੱਤਾ। ਆਪਣੇ ਜਿਹੜੇ ਰੋਲ ਹੈ, ਚਾਹੇ ਉਹ ਕੋਰਟ ਮਾਰਸ਼ਲ ਚ ਸੀ, 7 ਬੇਗਾਨੇ ਚ ਤਾਂ ਸੀਗਾ ਹੀ, और भी कोई शायद नहीं सी, 2 ਚ ਸੀਗਾ, ਲੇਕਿਨ ਬਹੁਤ ਉਹਨੇ ਅੱਛਾ ਇਸ ਨੂੰ ਕੰਮ ਕੀਤਾ। ਐਸੇ ਤਰ੍ਹਾਂ ਪੰਕਜ ਹੈ, ਪੰਕਜ ਨੇ ਟੈਕਨੀਕਲੀ ਤੌਰ ਦੇ ਉੱਤੇ ਐਡਾ ਸੋਲਿਡ ਕੰਮ ਕੀਤਾ ਬਾਹਰ ਟੂਰਸ ਦੇ ਦੌਰਾਨ ਵੀ, ਔਰ ਇਸ ਫੈਸਟੀਵਲ ਨੂੰ ਪੂਰਾ ਦਾ ਪੂਰਾ ਉਹਨੇ ਇੰਡੀਪੈਂਡੈਂਟਲੀ ਜਿਹੜਾ ਹੈ ਹੈਂਡਲ ਕੀਤਾ ਪੰਕਜ ਨੇ। ਇਸ ਲਈ ਪੰਕਜ ਲਈ ਵੀ ਮੈਂ ਚਾਹੁੰਦਾ ਕਿ ਦਿਲ ਤੋਂ ਬਹੁਤ ਮੈਂ ਉਸਦੀ ਤਾਰੀਫ ਕਰਨੀ ਚਾਹੁੰਦਾ ਕਿ ਉਹਨੇ ਬਹੁਤ ਅੱਛਾ ਕੰਮ ਕੀਤਾ ਹੈਗਾ। ਇਸੇ ਤਰ੍ਹਾਂ ਨਵਦੀਪ ਬਾਜਵਾ ਨੇ ਓਵਰਹਾਲ, ਚਾਹੇ ਉਹ ਬਾਹਰ ਦੀ ਯਾਤਰਾਵਾਂ ਸੀਗੀਆਂ, ਉਸਨੂੰ ਬਹੁਤ ਅੱਛੇ ਤਰੀਕੇ ਨਾਲ ਐਜ਼ ਏ ਪ੍ਰੋਡਕਸ਼ਨ ਮੈਨੇਜਰ, ਪ੍ਰੋਡਕਸ਼ਨ ਕੰਟਰੋਲਰ ਦੇ ਤੌਰ ਦੇ ਉੱਤੇ, ਔਰ ਇਸੇ ਤਰ੍ਹਾਂ ਇਸ ਫੈਸਟੀਵਲ ਨੂੰ ਜਿਹੜਾ ਹੈ ਬਹੁਤ ਹੀ ਅੱਛੇ ਢੰਗ ਦੇ ਨਾਲ ਉਸਨੇ ਸਾਰਾ ਕੰਮ ਕੀਤਾ ਹੈਗਾ। ਸੌਰਵ ਨੇ ਪ੍ਰੈਸ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਪ੍ਰੈਸ ਨੂੰ ਕਰਨਾ ਸੀ। ਔਰ ਇਸ ਦੌਰਾਨ ਇੱਕ ਹੋਰ ਬਹੁਤ ਹੀ ਅੱਛੀ ਗੱਲ ਹੈ, ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਥੀਏਟਰ ਹੈ ਉਹ ਇੱਕ ਟੀਮ ਵਰਕ ਹੁੰਦਾ ਹੈਗਾ। ਥੀਏਟਰ ਜਿਹੜਾ ਹੈ ਉਹ
इंडिपेंडेंट एक बंदे का शो नहीं है। और मैं अगर अपने पिछले 40 सालों ਦੇ ਵਿੱਚ ਝਾਤ ਮਾਰਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਬਿਹਤਰੀਨ ਸਮੇਂ ਸੀਗਾ ਜਿਹਦੇ ਵਿੱਚ ਮੈਨੂੰ ਟੀਮ ਵਰਕ ਦੇਖਣ ਨੂੰ ਮਿਲਿਆ। ਇਸ ਕਰਕੇ ਉਸ ਟੀਮ ਦਾ ਹਰ ਬੰਦਾ, ਚਾਹੇ ਕੋਈ ਉਹ ਨਵਾਂ ਹੈ ਚਾਹੇ ਉਹ ਪੁਰਾਣਾ ਹੈ, ਉਹ ਬਹੁਤ ਸ਼ਲਾਘਾ ਦਾ ਯੋਗਦਾਨ ਉਹਨੂੰ ਚਾਹੀਦਾ ਹੈਗਾ ਔਰ ਉਹ ਪ੍ਰਸ਼ੰਸਾ ਦਾ ਪਾਤਰ ਹੈਗਾ। ਉਦਾਹਰਨ ਦੇ ਤੌਰ ਦੇ ਉੱਤੇ ਇਸ ਜਿਹੜਾ ਇਹ ਫੈਸਟੀਵਲ ਹੋਇਆ ਜਾਂ ਜਿਹੜੇ ਟੂਰ ਹੋਏ, ਇਹਦੇ ਵਿੱਚ ਜਿਹੜੇ ਅਸੀਂ ਸੀਨੀਅਰ ਦੇ ਤੌਰ ਦੇ ਉੱਤੇ ਜਿਹੜੇ ਫਰੰਟ ਲਾਈਨ ਦੇ ਉੱਤੇ ਹੈ, ਮੇਰੀ ਐਬਸੈਂਸ ਸੀ, ਹਰਵਿੰਦਰ ਸਿੰਘ ਸ਼ੈਂਟੀ ਦੀ ਐਬਸੈਂਸ ਸੀਗੀ, ਹੋਰ ਜਿੰਨੇ ਵੀ ਸੀਨੀਅਰ ਸੀ ਉਹਨਾਂ ਦੀ ਐਬਸੈਂਸ ਦੇ ਵਿੱਚ ਇਹ ਸਾਰਾ ਕੰਮ ਹੋਇਆ। ਇੱਕ ਹੋਰ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ ਕਿ ਉਧਰੋਂ ਟੀਮ ਗੋਰਖਪੁਰ ਤੋਂ ਆ ਰਹੀ ਸੀ। ਉਹ ਸ਼ਾਇਦ ਮੈਨੂੰ ਲੱਗਦਾ ਹੈ ਕਿ 25 ਤਰੀਕ ਸੀ ਜਾਂ ਕੋਈ ਹੋਰ ਤਰੀਕ ਸੀ। 25 ਤਰੀਕ ਨੂੰ ਇੱਕ ਤਾਂ ਉੱਥੇ ਸ਼ੋਅ ਹੋ ਰਿਹਾ ਸੀਗਾ ਗੋਰਖਪੁਰ, ਦੂਜਾ ਚੰਡੀਗੜ੍ਹ ਦੇ ਵਿੱਚ ਸਟਰੀਟ ਪਲੇ ਹੋ ਰਿਹਾ ਸੀਗਾ। ਉਹ ਸ਼ਾਇਦ ਪ੍ਰਿੰਸ ਦੀ ਨਿਰਦੇਸ਼ਨਾ ਦੇ ਵਿੱਚ ਹੋ ਰਿਹਾ ਸੀ ਜਾਂ ਕੌਣ ਉਸ ਨੂੰ ਦੇਖ ਰਿਹਾ ਸੀ। ਔਰ ਦੂਜੇ ਪਾਸੇ ਤੀਜਾ ਜਿਹੜਾ ਪਲੜਾ ਸੀਗਾ ਉਹਦਾ ਸ਼ਾਇਦ 25 ਤਰੀਕ ਨੂੰ ਪ੍ਰੈਸ ਕਾਨਫਰੰਸ ਤੁਸੀਂ ਲੋਕਾਂ ਨੇ ਆਰਗੇਨਾਈਜ਼ ਕੀਤੀ ਹੋਈ ਸੀ ਔਰ ਪ੍ਰੈਸ ਕਾਨਫਰੰਸ ਵੀ ਬੜੀ ਸਫਲ ਹੋਈ। ਇੱਕ ਦਿਨ ਦੇ ਵਿੱਚ 3 ਪ੍ਰੋਗਰਾਮ ਹੋਣੇ, ਅਲੱਗ-ਅਲੱਗ ਜਗ੍ਹਾ ਦੇ ਵਿੱਚ ਹੋਣੇ। ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਤੁਹਾਡੀ ਸੋਲਿਡ ਟੀਮ ਹੈ, ਇਹ ਜਿਹੜਾ ਤੁਸੀਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਉਹਦੇ ਬਲਬੁੱਤੇ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇਹ TFT ਕਰ ਪਾਇਆ। ਇਸ ਕਰਕੇ ਹੱਥ ਜੋੜ ਕੇ ਮੈਂ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦਾ। ਇੱਕ ਵਾਰੀ ਤੁਹਾਡੇ ਲਈ ਸਾਰਿਆਂ ਲਈ ਮੈਂ ਤਾੜੀਆਂ ਵੀ ਮਾਰਦਾ। ਤੁਸੀਂ ਵੀ ਆਪਣੇ ਲਈ ਜ਼ਰੂਰ ਤਾਲੀਆਂ ਮਾਰੋ, ਆਪਣੇ ਲਈ, ਆਪਣੇ ਸਾਥੀਆਂ ਦੇ ਲਈ ਜ਼ਰੂਰ ਆਪਣੇ ਆਪ ਨੂੰ ਇਸ ਗੱਲ ਤੇ ਐਪਰੀਸ਼ੀਏਟ ਕਰੋ। ਹੁਣ ਜਿਹੜਾ ਹੈ ਕਿ ਹਾਂ ਬੈਂਸ ਬਹੁਤ ਵਧੀਆ ਹੈ, ਪਿੱਠ ਤੇ ਵੀ ਹੱਥ ਜ਼ਰੂਰ ਮਾਰ। ਗੁੱਡ। ਤੇ ਜਿਹੜੀ ਇਸ ਐਬਸੈਂਸ ਦੇ ਦੌਰਾਨ ਅਸੀਂ ਸਾਰਿਆਂ ਨੇ ਕੰਮ ਕੀਤਾ, ਇੱਕ ਬਹੁਤ ਅੱਛਾ ਜਿਹੜਾ ਰਿਜ਼ਲਟ ਆਇਆ। ਇਸ ਰਿਜ਼ਲਟ ਦੇ ਵਿੱਚ ਅਸੀਂ ਬਹੁਤ ਕੁਝ ਚੀਜ਼ਾਂ, ਨਵੀਆਂ ਚੀਜ਼ਾਂ ਸਿੱਖੀਆਂ ਹੋਣਗੀਆਂ, ਬਹੁਤ ਕੁਝ ਹੋਰ ਸਿੱਖਣਾ ਹੈਗਾ ਜ਼ਿੰਦਗੀ ਦੇ ਵਿੱਚ। ਜਿਹੜੀ ਅਸੀਂ ਲਾਈਨ ਦੇ ਵਿੱਚ ਬੈਠੇ ਹਾਂ, ਜੋ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਸਾਡੇ ਕੋਲ ਐਡਾ ਕੰਮ ਹੈ, ਐਡਾ ਵੱਡਾ ਸਾਡਾ ਇੱਕ ਮਨਾਰ ਹੈ ਸੋਚਣ ਦਾ, ਦੇਖਣ ਦਾ, ਔਰ ਉਹ ਦੇਖਣਾ ਵੀ ਖੁੱਲੀ ਅੱਖਾਂ ਦੇ ਨਾਲ ਦੇਖਣਾ ਬਹੁਤ ਉੱਚੀ ਮਨਾਰ ਦੇ ਵਿੱਚ। ਉਸ ਮਨਾਰ ਦੇ ਵਿੱਚ ਸਾਨੂੰ ਕਈ ਵਾਰੀ ਐਦਾਂ ਵੀ ਮਹਿਸੂਸ ਹੋਏਗਾ ਕਿ ਇਹ ਪਲ ਅਸੀਂ ਵੇਸਟ ਕਰਤੇ ਜਾਂ ਇਸ ਸਮੇਂ ਨੂੰ ਅਸੀਂ ਮਿਸ ਕਰ ਲਿਆ ਹੈਗਾ। ਲੇਕਿਨ ਇਸ ਸਮੇਂ ਨੂੰ ਤੁਸੀਂ ਮਿਸ ਨਹੀਂ ਕਰ ਰਹੇ, ਇਹਦੇ ਵਿੱਚ ਵੀ ਬਹੁਤ ਕੁਝ ਪ੍ਰਾਪਤੀਆਂ ਕਰ ਰਹੇ ਹੋ। ਜਿੱਦਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਐਗਜ਼ਾਮਪਲ ਦਿੱਤੀ, ਐਸੇ ਤਰ੍ਹਾਂ ਜੇ ਸਾਨੂੰ ਲੱਗਦਾ ਹੈ ਕਿ ਇਸ ਦੌਰਾਨ ਅਸੀਂ ਹੋਰ ਨਵੀਆਂ ਚੀਜ਼ਾਂ ਕਰ ਸਕਦੇ ਹਾਂ। ਸਾਡੇ ਕੋਲ ਇੱਕ ਟੂਲ ਹੈ। ਅਸੀਂ ਹੁਣ ਫੈਸਟੀਵਲ ਦੇ ਬਾਰੇ ਗੱਲ ਕਰਾਂਗੇ, ਜਿਹੜੇ 5 ਦਿਨ ਦੇ ਨਾਟਕ ਹੈਗੇ, ਉਹਦੇ ਵਿੱਚ ਤੁਸੀਂ ਸਾਰੇ ਆਪਣੇ ਆਪਣੇ ਸੁਝਾਅ ਵੀ ਦੇਣਾ। ਉਹਦੇ ਵਿੱਚ ਕੁਝ ਹੋਰ ਨਵਾਂ ਆਪਾਂ ਕੀ ਕਰ ਸਕਦੇ ਹਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸ ਤਰੀਕੇ ਦੀ ਕੋਈ ਯੋਜਨਾ ਬਣਾ ਸਕਦੇ ਹਾਂ, ਉਹ ਵੀ ਅਸੀਂ ਜ਼ਰੂਰ ਕਰਾਂਗੇ। ਅੱਜ ਸਾਡੇ ਕੋਲ ਜਿੰਨਾ ਟਾਈਮ ਹੈ ਉਸ ਟਾਈਮ ਦੇ ਵਿੱਚ ਆਪਾਂ ਉਸ ਗੱਲ ਨੂੰ ਰੱਖਾਂਗੇ। ਬਾਕੀ ਗੱਲ ਨੂੰ ਅਸੀਂ ਕੰਟੀਨਿਊ ਕੱਲ ਕਰਾਂਗੇ। ਔਰ ਇਸ ਗਰੁੱਪ ਦੇ ਵਿੱਚ ਕਿਹੜਾ ਇੱਕ ਸਾਰਾ ਗਰੁੱਪ ਨੂੰ ਟੀਮ ਭਵਸ਼ੀਲ ਕਰ ਰਿਹਾ ਹੈਗਾ ਔਰ ਕੌਣ ਉਹ ਐਂਕਰ ਦੇ ਤੌਰ ਦੇ ਉੱਤੇ ਵੀ ਜ਼ਰੂਰ ਆਪਣੇ ਆਪ ਕੰਮ ਦੇਖ ਲੇ ਕਿ ਸਭ ਤੋਂ ਪਹਿਲਾਂ ਇਹ ਬੰਦਾ ਡਿਸਕਸ ਕਰੇਗਾ, ਗਰੁੱਪ ਚ ਪਾ ਦੇਗਾ ਕਿ ਮੈਂ ਇਸ ਗੱਲ ਦੇ ਉੱਤੇ ਗੱਲ ਕਰਨੀ ਚਾਹੁੰਦਾ, ਮੈਂ ਫਲਾਣੇ ਦੇ ਉੱਤੇ ਗੱਲ ਕਰਨੀ ਚਾਹੁੰਦਾ ਔਰ ਮੈਂ ਇਸ ਗੱਲ ਦੇ ਉੱਤੇ ਗੱਲ ਕਰਨੀ ਚਾਹੁੰਦਾ। ਜੋ ਵੀ ਆਪਣੇ ਵਿਸ਼ੇ ਹੋਣਗੇ, 5 ਦਿਨ ਤਾਂ ਆਪਾਂ 5 ਨਾਟਕਾਂ ਦੇ ਬਾਰੇ ਹੀ ਗੱਲ ਕਰਾਂਗੇ ਕਿ 5 ਨਾਟਕ ਜੋ ਅਸੀਂ ਕੀਤੇ, ਉਹਨਾਂ ਦੇ ਵਿੱਚ ਕੀ ਸਭ ਦਾ ਯੋਗਦਾਨ ਰਿਹਾ, ਕਿਸ ਤਰੀਕੇ ਨਾਲ ਰਹੀ, ਤੁਸੀਂ ਉਸ ਐਂਗਲ ਤੇ ਕਿਸ ਤਰੀਕੇ ਨਾਲ ਸੋਚਦੇ ਹੋ ਔਰ ਹੋਰ ਨਵੀਂ ਆਪੀ ਜਿਹੜੀ ਵੀ ਗੱਲ ਕੋਈ ਰੱਖਣੀ ਚਾਹੇਗਾ ਉਹ ਗਰੁੱਪ ਦੇ ਵਿੱਚ ਪਾ ਦੇ ਕਰੇਗਾ ਔਰ ਭਵਸ਼ੀਲ ਉਸ ਗੱਲ ਨੂੰ ਟਾਈਮ ਟੂ ਟਾਈਮ ਜਿਹੜਾ ਹੈ ਬੀਇੰਗ ਏ ਐਂਕਰ ਦੇ ਤੌਰ ਦੇ ਉੱਤੇ ਜਾਂ ਮੈਡੀਏਸ਼ਨ ਦੇ ਤੌਰ ਦੇ ਉੱਤੇ ਉਸ ਨੂੰ ਜਿਹੜੀ ਹੈ ਆਪਣੀ ਇਸ ਮੀਟਿੰਗ ਨੂੰ ਚਲਾ ਲਿਆ ਕਰੇਗਾ। ਹੁਣ ਸਾਡੇ ਲਈ ਕਈ ਵੀ ਬੜੀ ਫਖਰ ਦੀ ਗੱਲ ਹੈ, ਬਹੁਤ ਸਾਰੇ ਪੁਰਾਣੇ ਬੰਦੇ ਜਾਣਦੇ ਔਰ ਨਵਿਆਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਕੋਰਟ ਮਾਰਸ਼ਲ ਸ਼ੋਅ ਤੋਂ ਇੱਥੇ ਸ਼ੁਰੂ ਕੀਤਾ ਇਸ ਓਪਨ 에ਅਰ ਦੇ ਵਿੱਚ ਔਰ 500ਵਾਂ ਸ਼ੋਅ ਸੀਗਾ, ਅਸੀਂ ਸਭ ਲੋਕ ਜਾਣਦੇ ਹਾਂ। ਔਰ ਇਹ 500 ਅਸੀਂ ਇਸੇ ਸਟੇਜ ਤੋਂ ਸ਼ੁਰੂ ਕੀਤਾ ਸੀ 2099-2000 ਦੇ ਵਿੱਚ। ਉਦੋਂ ਸਟੇਜ ਬੜਾ ਛੋਟਾ ਜਿਹਾ ਸੀ, ਇਸੇ ਥੜੇ ਦੇ ਉੱਤੇ ਜਿਹੜਾ ਹੈ ਸ਼ੁਰੂ ਹੋਇਆ। ਇਹ ਲੰਬੀ ਯਾਤਰਾ
ਅੱਜ ਇੱਕ ਇਤਿਹਾਸ ਹੈ। ਔਰ ਬਹੁਤ ਵਾਰੀ ਇਸ ਤਰ੍ਹਾਂ ਲੱਗਦਾ ਹੈ ਕਿ ਇੱਕੋ ਹੀ ਨਾਟਕ ਬਾਰ-ਬਾਰ ਕਰਕੇ ਕੀ ਅਸੀਂ ਥੱਕ ਜਾਂਦੇ ਹਾਂ ਜਾਂ ਆਡੀਅנס ਥੱਕ ਜਾਂਦੀ ਹੈ। ਕਦੀ ਸਾਨੂੰ ਐਦਾਂ ਨਹੀਂ ਲੱਗਿਆ ਵੀ ਆਡੀਅנס ਹਮੇਸ਼ਾ ਸਾਨੂੰ ਮਿਲਦੀ ਹੈ। ਆਡੀਅנס ਸਾਨੂੰ ਕਿਉਂ ਮਿਲਦੀ ਹੈ, ਇਹਦੇ ਬਾਰੇ ਵੀ ਸਾਨੂੰ ਹੁਣ ਸੋਚਣ ਦਾ ਮੌਕਾ ਹੈ ਕਿ ਕੀ ਕਾਰਨ ਹੈ ਕਿ ਉਹ ਲੰਬੇ ਸਮੇਂ ਤੱਕ ਚੱਲਦਾ ਹੈ ਔਰ ਅੱਜ ਵੀ ਲੋਕਾਂ ਦਾ ਪਸੰਦੀਦਾ ਹੁੰਦਾ ਹੈਗਾ। ਇਹ ਇਸ ਲਈ ਜ਼ਰੂਰੀ ਹੈ ਇਹ ਸੋਚਣਾ, ਵਿਚਾਰਨਾ, ਤਾਂ ਕਿ ਜਦੋਂ ਵੀ ਅਸੀਂ ਕੋਈ ਨਾਟਕ ਜਾਂ ਕੋਈ ਅਸੀਂ ਲੱਭਣਾ ਹੈ ਤੇ ਉਹਦਾ ਕੰਟੈਂਟ ਕਿਸ ਤਰੀਕੇ ਦਾ ਹੋਵੇ ਕਿ ਉਹ ਲੋਕਾਂ ਦਾ ਹਰਮਨ ਪਿਆਰਾ ਬਣੇ। ਇਸੇ ਦੌਰਾਨ ਦੇ ਵਿੱਚ ਅਸੀਂ ਜਦੋਂ ਦੂਸਰਾ ਜਿਹੜਾ ਨਾਟਕ ਹੈਗਾ ਸੰਧਿਆ ਛਾਇਆ ਕਰਦੇ ਆ, ਉਹ ਵੀ ਲੋਕਾਂ ਦੇ ਅੰਤःਕਰਨ ਤੱਕ ਛੂ ਕੇ ਆਂਦਾ ਹੈਗਾ ਔਰ ਲੋਕਾਂ ਨੂੰ ਬਹੁਤ ਅੱਛਾ ਲੱਗਦਾ ਹੈ। ਮੈਂ ਜਦੋਂ ਗੋਰਖਪੁਰ ਇੱਕ ਦਿਨ ਹੋਰ ਮੈਨੂੰ ਉੱਥੇ ਰਹਿਣ ਦਾ ਮਿਲਿਆ, ਅਗਲੇ ਦਿਨ ਉਹ ਦਰਸ਼ਕ ਮਿਲੇ ਔਰ ਉਹ ਦਰਸ਼ਕ ਅਗਲੇ ਦਿਨ ਤੱਕ ਰੋ ਰਹੇ ਸੀ ਗੱਲ ਨੂੰ ਯਾਦ ਕਰ ਕਰਕੇ। ਉਹਨਾਂ ਦੇ ਦਿਲਾਂ ਦੇ ਅੰਦਰ ਉਸ ਨਾਟਕ ਦਾ ਐਸਾ ਅਸਰ ਪਿਆ। ਇਸ ਕਰਕੇ ਇਸ ਗੱਲ ਨੂੰ ਕਹਿਣ ਦਾ ਮੇਰਾ ਇਹ ਭਾਵ ਹੈ ਕਿ ਅਸੀਂ ਕਿਸ ਤਰੀਕੇ ਦੀ ਸਕ੍ਰਿਪਟ ਦੇਖਣੀ ਹੈ, ਕੈਸੀ ਉਹ ਸਕ੍ਰਿਪਟ ਹੋਵੇ, ਕਿਸ ਤਰ੍ਹਾਂ ਦੀ ਉਹ ਪੇਸ਼ਕਾਰੀ ਹੋਵੇ, ਉਹ ਲੋਕ ਹਿਤਕਾਰੀ ਹੋਵੇ। ਜਦੋਂ ਉਹ ਲੋਕ ਹਿਤਕਾਰੀ ਹੋਏਗੀ ਤੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਵਸ ਜਾਏਗੀ, ਫਿਰ ਅਸੀਂ ਜਿੰਨੇ ਵਾਰ ਮਰਜ਼ੀ ਉਸ ਨਾਟਕ ਦੀ ਪ੍ਰੈਜੈਂਟੇਸ਼ਨ ਕਰੀਏ, ਉਹਦੇ ਜਿੰਨੇ ਮਰਜ਼ੀ ਸ਼ੋਅ ਕਰੀਏ, ਹਰ ਸ਼ੋਅ ਸਾਨੂੰ ਨਵਾਂ ਵੀ ਲੱਗੇਗਾ, ਹਰ ਸ਼ੋਅ ਸਾਨੂੰ ਇੱਕ ਨਵੀਂ ਸਿੱਖ ਵੀ ਦੇ ਕੇ ਜਾਏਗਾ। ਇਹ ਇਸ ਕਰਕੇ ਜ਼ਰੂਰੀ ਹੈ ਕਿ ਜਿੰਨੇ ਵੀ ਸਾਡੇ ਪਿਛਲੇ ਐਕਸਪੀਰੀਅੰਸ ਹੋਏ ਹੈ, ਅਸੀਂ ਅੱਜ ਤੱਕ ਅਗਰ TFT ਦੇ ਪਿਛਲੇ ਕੈਲੰਡਰ ਨੂੰ ਧਿਆਨ ਚ ਕਰੀਏ ਤੇ ਉਹਦੇ ਵਿੱਚ ਲਗਭਗ 100 ਨਾਟਕਾਂ ਦੇ ਅਸੀਂ ਮੰਚਨ ਕਰ ਚੁੱਕੇ ਹੋਵਾਂਗੇ। 100 ਨਾਟਕਾਂ ਦੇ ਅਸੀਂ ਲਗਭਗ 8-9,000 ਸ਼ੋਅ ਉਹਦੇ ਕਰ ਚੁੱਕੇ ਹੋਵਾਂਗੇ। ਪਰ ਉਹਨਾਂ ਦੇ ਵਿੱਚੋਂ ਕਿੰਨੇ ਐਸੇ ਸ਼ੋਅ ਹੈ ਜਿਹੜੇ ਲਗਾਤਾਰ ਚੱਲ ਰਹੇ ਹੈ, ਜਿਹੜੇ ਅੱਜ ਵੀ ਮਕਬੂਲ ਹੈ, ਜਿਹੜੇ ਅੱਜ ਵੀ ਆਡੀਅנס ਨੂੰ ਪਸੰਦ ਹੈ, ਕਿਉਂਕਿ ਆਡੀਅנס ਜਾਂ ਦਰਸ਼ਕ ਜਿਹੜਾ ਹੈ ਉਸ ਨੂੰ ਬਹੁਤ ਅੱਛਾ ਕੰਟੈਂਟ, ਉਸ ਨੂੰ ਬਹੁਤ ਅੱਛਾ ਦਿਸ਼ਾ ਦੇਣ ਵਾਲਾ, ਯਾਨੀ ਕਿ ਜੋ ਤੁਸੀਂ ਕੰਮ ਕਰ ਰਹੇ ਹੋ, ਜਿਹੜਾ ਤੁਸੀਂ ਸਮਾਜ ਨੂੰ ਨਾਟਕ ਦੇ ਰਾਹੀਂ ਕੁਝ ਸੁਨੇਹਾ ਦੇਣਾ ਚਾਹ ਰਹੇ ਹੋ, ਉਹ ਐਡਾ ਅੱਛਾ ਹੋਣਾ ਚਾਹੀਦਾ ਹੈ ਕਿ ਲੋਕਾਂ ਦੇ ਦਿਲਾਂ ਦਿਮਾਗ ਦੇ ਵਿੱਚ ਕੰਮ ਕਰੇ। ਦੂਜਾ, ਉਹ ਸਮਾਜ ਨੂੰ ਇੱਕ ਸਹੀ ਦਿਸ਼ਾ ਦੇ ਸਕੇ, ਤਾਂ ਹੀ ਉਹਨਾਂ ਦੇ ਅੰਤःਕਰਨ ਨੂੰ ਉਹ ਜਿਹੜਾ ਹੈ ਝੰਜੋੜੇਗਾ। ਇਸ ਕਰਕੇ ਸਾਡਾ ਇਹ ਵੀ ਕੰਮ ਹੈ ਕਿ ਅਸੀਂ ਉਸ ਕੰਮ ਦੇ ਬਾਰੇ ਸੋਚੀਏ। ਹੁਣ ਜਿਹੜਾ ਕੰਮ ਅਸੀਂ ਸੋਚਣਾ ਹੈ ਉਹ ਕੀ ਹੈ? ਸਾਡਾ ਇੱਕ ਥੀਏਟਰ ਦਾ, ਤੁਸੀਂ ਸਭ ਲੋਕ बेहतरीन अदाकार हो, अच्छे एक्टर हो, अच्छे आर्टिस्ट हो, जिन्ना कोल जिन्ना काम किया उन्ना एक्सपीरियंस हैगा, जिन्ना एक्सपीरियंस हैगा मेरे ख्याल च वो सफिशिएंट हैगा अदाकारी दे लई, बहुत है और इहदा एंडलेस है। जिन्ना मर्जी इसनूं आपां ग्रहण करते जाइए, जो भी असी होर उस च हासिल करना है। मेरी आवाज आ रही है सब नूं? आवाज आ रही है मेरी? हाँ जी सर, आ रही है। ओके ओके। ते जो 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 चीज भी असी उस चीज के उत्ते हासिल करनी है, या जेड़ा साडा एक थिएटर दा चैप्टर है, एक चैप्टर हैगा साडा ऑब्जर्वेशन, अवलोकन करना। हुण साडे कोल भरपूर समा है ऑब्जर्वेशन दा, ਹੁਣ ਸਾਡੇ ਕੋਲ ਭਰਪੂਰ ਸਮਾਂ ਹੈ ਅਵਲੋਕਨ ਕਰਨ ਦਾ, ਆਪਣੇ ਕੰਮ ਦਾ। ਕਿਸ ਚੀਜ਼ ਨੂੰ, ਦੁਨੀਆ ਨੂੰ ਕਰਨਾ ਹੈ ਉਹ ਅਲੱਗ ਹੈ, ਆਪਣੇ ਆਪ ਨੂੰ ਅਵਲੋਕਨ ਕਰਨ ਦਾ, ਅਬਜ਼ਰਵ ਕਰਨ ਦਾ, ਇਸ ਤੋਂ ਅੱਛਾ ਸਮੇਂ ਕਿਸੇ ਕੋਲ ਵੀ ਨਹੀਂ ਆਏਗਾ। ਔਰ ਇਹ ਸਮਾਂ, ਇਹ ਜਿੰਨੀ ਤੁਹਾਡੀ ਆਬਜ਼ਰਵੇਸ਼ਨ ਸ਼ਾਰਪ ਹੋਏਗੀ, ਉਨਾ ਤੁਹਾਡਾ एक्टिंग दा कैरियर, थोड़ा स्किल होर ज्यादा मजबूत करेगा,
ਹੋਰ ਜ਼ਿਆਦਾ ਤੁਹਾਡੀ ਥਾਟ ਨੂੰ ਪਾਵਰਫੁਲ ਕਰੇਗਾ, ਐਨਹਾਂਸ ਕਰੇਗਾ, ਤੁਹਾਡੀ ਸੋਚ ਨੂੰ ਹੋਰ ਨਵੇਂ ਪੰਖ ਲਗਾਏਗਾ, ਜਿਹੜਾ ਤੁਹਾਡੀ ਹੋਰ ਜ਼ਿਆਦਾ ਉੱਚੀ ਉਡਾਨ ਲਈ, ਹੋਰ ਨਵੀਂ ਇੱਕ ਪ੍ਰਵਾਜ਼ ਲਈ ਤੁਹਾਨੂੰ ਤਿਆਰ ਕਰੇਗਾ। ਉਹ ਸ਼ਬਦ ਹੈ ਅਬਜ਼ਰਵੇਸ਼ਨ। ਅਬਜ਼ਰਵੇਸ਼ਨ ਅਸੀਂ ਆਮ ਸੁਣਦੇ ਹਾਂ। ਅਬਜ਼ਰਵੇਸ਼ਨ ਦੇ ਵਿੱਚ ਅਸੀਂ ਬਹੁਤ ਵਾਰੀ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਜਿਹੜਾ ਅਸੀਂ ਕਰੈਕਟਰ ਕਰਨਾ ਹੈ ਉਹਨੂੰ ਅਬਜ਼ਰਵ ਕਰਨਾ ਹੈ, ਸ਼ਾਇਦ ਉੱਥੇ ਤੱਕ ਕਰਕੇ ਅਸੀਂ ਛੱਡ ਦਿੰਦੇ, ਉਹ ਤਾਂ ਸਹੀ ਹੈ। ਹੁਣ ਹੈ ਅਬਜ਼ਰਵ ਕਰਨਾ ਤੁਸੀਂ ਆਪਣੇ ਆਪ ਨੂੰ, ਆਪਣੇ ਅੰਦਰੋਂ, ਕਿਉਂਕਿ ਤੁਸੀਂ ਸਭ ਕੁਝ ਹੋ ਨਾ। ਕੱਲ ਨੂੰ ਜਦੋਂ ਤੁਸੀਂ ਗ੍ਰੇਟ ਐਕਟਰ ਬਣ ਗਏ, ਚਾਹੇ ਉਹ ਬੈਂਸ ਹੋਏ, ਚਾਹੇ ਈਸ਼ਵਰ ਹੋਏ, ਚਾਹੇ ਪ੍ਰਿੰਕਾ ਹੋਏ, ਚਾਹੇ ਦਵਿੰਦਰ ਹੋਵੇ, ਚਾਹੇ ਬਾਜਵਾ ਹੋਵੇ, ਚਾਹੇ ਭਵਸ਼ੀਲ ਹੋਏ, ਜਦੋਂ ਤੁਸੀਂ ਗ੍ਰੇਟ ਬਣ ਜਾਓਗੇ, ਬਣੋਗੇ, ਉਹ ਤਾਂ ਕਦੋਂ ਬਣੋਗੇ? ਜਦੋਂ ਤੁਸੀਂ ਆਪਣੇ ਆਪ ਨੂੰ ਪਹਿਚਾਨੋਗੇ, ਜਦੋਂ ਤੁਸੀਂ ਆਪਣੇ ਆਪ ਨੂੰ ਲੱਭੋਗੇ ਵੀ ਤੁਹਾਡੇ ਅੰਦਰ ਕੀ ਚੀਜ਼ ਹੈ, ਕਿਹੜੀ ਪਾਵਰ ਹੈ, ਜਾਂ ਤੁਸੀਂ ਹੁਣ ਤੱਕ ਕੀ ਕਰ ਚੁੱਕੇ ਹੋ, ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਕੁਝ ਹੋਣਾ ਚਾਹੀਦਾ ਹੈ, ਜਾਂ ਅਸੀਂ ਹੋਰ ਕੀ ਚੀਜ਼ ਇੰਪਰੂਵ ਕਰਨਾ ਚਾਹੁੰਦੇ ਹਾਂ। ਇਹ ਸਾਰੀਆਂ ਚੀਜ਼ਾਂ ਦੀ ਤੁਹਾਡੇ ਕੋਲ ਇੱਕ ਸ਼ਾਰਟ ਲਿਸਟ ਬਣਾਉਣ ਦਾ ਸਮੇਂ, ਔਰ ਉਸ ਸਮੇਂ ਨੂੰ ਤੁਸੀਂ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ, ਆਪਣੇ ਆਪਣੇ ਕੈਰੀਅਰ ਬਾਰੇ, ਆਪਣੇ ਆਪਣੇ ਏਮ ਬਾਰੇ, ਆਪਣੇ ਟਾਰਗੇਟ ਨੂੰ ਕਿਸ ਤਰੀਕੇ ਨਾਲ ਹਿੱਟ ਕਰਨਾ ਹੈ, ਉਹ ਤੁਹਾਡੀ ਸਾਰਿਆਂ ਦੀ ਆਪਣੀ ਆਪਣੀ ਇੰਡੀਵਿਜੂਅਲ ਵਿਉਂਤਬੰਦੀ ਹੋਏਗੀ। ਜਾਂ ਉਸ ਕੈਰੀਅਰ ਨੂੰ, ਉਸ ਪਹੁੰਚ ਨੂੰ, ਉਸ ਏਮ ਨੂੰ ਹਿੱਟ ਕਰਨ ਲਈ ਅਮਿਤਾਭ ਬੱਚਨ ਵਾਲਾ ਫਾਰਮੂਲਾ ਨਹੀਂ ਚੱਲੇਗਾ, ਮੇਰਾ ਨਹੀਂ ਚੱਲੇਗਾ, ਉਹ ਡੈਫੀਨੇਟਲੀ ਤੁਹਾਡਾ ਔਰ ਤੁਹਾਡਾ ਇੰਡੀਵਿਜੂਅਲ ਚੱਲੇਗਾ, ਜਿਹੜਾ ਫਾਰਮੂਲਾ ਤੁਸੀਂ ਬਣਾਓਗੇ। ਉਹਦੇ ਲਈ ਡੀਪ ऑब्जर्वेशन, अवलोकन, अपना, सिर्फ अपना, अपनी शक्ल सूरत तो लेके अपने अंगूठे दे पैर तक नू देखना, लभना, अपने आप नू पाना। इसलिए अज तो बाद असी हुण जिन्ने भी दिन करांगे, इस ऑब्जर्वेशन दे बारे तुसी की सोचते हो, की पाया है, ये चैप्टर डेली असी करांगे। लेकिन इस दे विच जिहड़ा वक्ता होएगा या जिहड़ा अपना कुछ जिसने कुछ पाया है या जिसने अपने आप च कुछ ऑब्जर्व किया है, वो दसन लई अपने को लिमिटेड टाइम होएगा। वो टाइम भवशील जिहड़ा है तय कर दिया करेगा कि अज कौन बंदा करना चाह रहा है। इस ऑब्जर्वेशन दा, इस अवलोकन करन दा, अपने आप नू लभण दा एक बहुत विशाल सब्जेक्ट है। लेकिन वो विशाल सब्जेक्ट होंदे हुए भी सानू ये लगेगा कि असी कित्थों शुरू करिए, की करिए। इस करके सारे जने सिर्फ 5 मिनट रोज अपने आप नू देना, रोज अपनिया 5 सेंसिस बारे सोचना। वो 5 सेंसिस जिहड़ियां थोड़ी एक्टिंग दे विच, जिहड़े थोड़े थिएटर दे विच, जिहड़ा थोड़ा कोई भी एम है, कोई भी ऊंचाई है, उस ते चढ़न लई, उस नूं हिट करन लई ओह थोड़ी सहायक होएगी। वो 5 सेंसिस ही थोड़ी काम करनगियां। इस करके उन्हां बारे रोज 1 मिनट ਲਈ सोचना, देखना, और जे थानू उहदे विच 1 मिनट दे विच कोई प्राप्ति हुंदी है, वो किन्नी क हुंदी है, उहदा एक्सपीरियंस दसना या उहदे बारे देखना, उहदे बारे सोचना। वो 5 सेंसिस थानू सारिआं नू पता है? कुछ बोल दो। 5 सेंसिस बारे आपां जानदे हैं सर Hello? ਤੁਸੀਂ ਦੁਬਾਰਾ ਸਰ ਦੱਸ ਦਿਓ ਸਰ ਸਾਨੂੰ। हाँ, 5 सेंसिस ਜਿਹੜਾ ਆਪਣਾ ਇਹ ਇੰਨਾ ਕੁ ਤੁਹਾਡਾ ਸਭ ਦਾ ਸਿਨੇਮੈਟੋਗ੍ਰਾਫਿਕ ਜਿਹੜਾ ਫੇਸ ਹੈ, ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਔਰ ਇਹੀ ਯੂਜ਼ ਹੋਣੀ ਹੈ। ਸਭ ਤੋਂ ਪਹਿਲਾਂ ਤਾਂ ਸਾਡਾ ਹੈ
ਦੇਖਣ ਦਾ ਕੰਮ। ਇਹ ਦੋ ਅੱਖਾਂ ਦੇ ਰਾਹੀਂ ਅਸੀਂ ਇਹ ਦੇਖਦੇ ਹਾਂ, ਮਹਿਸੂਸ ਕਰਦੇ ਹਾਂ ਦੁਨੀਆ ਕਿੱਦਾਂ ਦੀ ਹੈ, ਰੰਗ ਕਿੱਦਾਂ ਦੇ ਹੈ, ਫਲਾਣੀ ਚੀਜ਼ ਕਿੱਦਾਂ ਦੀ ਹੈ, ਔਰ ਸਾਰੀ ਦੁਨੀਆ ਤੁਸੀਂ ਕੋਈ ਨਵੀਂ ਚੀਜ਼ ਦੇਖਦੇ ਆ ਰਹੇ ਹੋ, ਜਨਮ ਤੋਂ ਦੇਖਦੇ ਆ ਰਹੇ ਹੋ। ਪਰ ਐਸਾ ਕੀ ਹੈ ਕਿ ਤੁਸੀਂ ਕਦੇ ਮਹਿਸੂਸ ਕੀਤਾ ਵੀ ਤੁਹਾਡੇ ਦੇਖਣ ਦੇ ਵਿੱਚ ਅੱਜ ਨਵਾਂ ਚੀਜ਼ ਕੀ ਦਿਖੀ ਤੁਹਾਨੂੰ? ਤੁਹਾਡੇ ਘਰ ਦੇ ਬਾਹਰ ਮੰਨ ਲਓ ਕੋਈ ਫਲਾਵਰ ਪੋਟ ਹੈ, ਉਸ ਚ ਰੋਜ਼ ਆਉਂਦੇ ਜਾਂਦੇ ਫੁੱਲ ਦੇਖਦੇ ਹੋਵੋਗੇ ਤੁਸੀਂ, ਕਦੀ ਉਸ ਫੁੱਲ ਦੇ ਰੰਗ ਦੇਖੇ ਜਾਂ ਉਹਨਾਂ ਨੂੰ ਅਬਜ਼ਰਵ ਕੀਤਾ ਹੈ? ਉਸ ਅਬਜ਼ਰਵੇਸ਼ਨ ਦੇ ਵਿੱਚ ਵੀ ਕੱਲ ਇਹ ਐਡਾ ਸੀ, ਅੱਜ ਐਡਾ ਹੈ। ਏਦਾਂ ਦੀ ਅਨੇਕ ਚੀਜ਼ਾਂ ਹੋ ਸਕਦੀਆਂ ਦੇਖਣ ਦੀਆਂ। ਔਰ ਕੋਈ ਬਹੁਤ ਅੱਛੀ ਕਾਰ ਹੋ ਸਕਦੀ ਹੈ, ਕਿਸੇ ਦਾ ਬਹੁਤ ਅੱਛਾ ਸੂਟ ਹੋ ਸਕਦਾ ਹੈ, ਕਿਸੇ ਦਾ ਕੁਝ ਵੀ ਇਸ ਤਰ੍ਹਾਂ ਬਹੁਤ ਅੱਛਾ ਜੋ ਤੁਸੀਂ ਮਤਲਬ ਰੋਜ਼ ਤੁਹਾਡੀਆਂ ਅੱਖਾਂ ਅੱਗੇ ਤਾਂ ਨਿਕਲਦਾ ਹੋਏ, ਪਰ ਤੁਸੀਂ ਉਹਨੂੰ ਮਹਿਸੂਸ ਅੱਜ ਕੀਤਾ ਹੈ ਜਾਂ ਉਹਨੂੰ ਗੌਰ ਨਾਲ ਅੱਜ ਦੇਖਿਆ ਹੈ ਜਾਂ ਉਹਨੂੰ ਅਬਜ਼ਰਵ ਅੱਜ ਕੀਤਾ ਹੈ। ਜਦੋਂ ਤੁਸੀਂ ਉਹਨੂੰ ਬਹੁਤ ਗੌਰ ਨਾਲ ਦੇਖੋਗੇ ਤੁਹਾਨੂੰ ਇਹ ਲੱਗੇਗਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਵਾਰ ਦੇਖਿਆ ਸੀ। ਫਿਰ ਕਦੀ ਕੰਪੇਅਰ ਕਰਨਾ ਕਿ ਇੱਕ ਬਲਾਈਂਡ ਜਿਹਦੇ ਕੋਲ ਅੱਖਾਂ ਨਹੀਂ ਹੈ ਉਹ ਕਿਸ ਤਰ੍ਹਾਂ ਦੇਖਦਾ ਹੈ, ਉਹ ਕਿਸ ਤਰ੍ਹਾਂ ਚੱਲਦਾ ਹੈ, ਜਾਂ ਉਹਦਾ ਐਕਸਪ੍ਰੈਸ਼ਨ ਕੀ ਹੈ। ਜਦੋਂ ਇਹ ਇੱਕ ਮਿੰਟ ਦੀ ਕੋਈ ਚੀਜ਼ ਹੈ, ਇੱਕ ਮਿੰਟ ਲਈ ਤੁਸੀਂ ਜਦੋਂ ਕੱਲ ਤੋਂ ਦੇਖੋਗੇ 24 ਘੰਟਿਆਂ ਦੇ ਵਿੱਚ ਤੁਹਾਨੂੰ 1 ਮਿੰਟ ਲਈ ਉਹ ਚੀਜ਼ ਨਜ਼ਰ ਆਏਗੀ, ਔਰ ਉਸ ਦੇ ਬਾਰੇ ਜਦੋਂ ਤੁਸੀਂ ਸੋਚੋਗੇ ਉਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਬਜੈਕਟ ਬਣ ਜਾਏਗਾ। ਉਹ ਇਸ ਤਰੀਕੇ ਨਾਲ ਅੱਛਾ ਸਬਜੈਕਟ ਬਣ ਜਾਏਗਾ ਜਦੋਂ ਤੁਹਾਨੂੰ ਇਹ ਪਤਾ ਲੱਗੇਗਾ ਯਾਰ ਇਹ ਐਡੀ ਮਹੀਨ ਚੀਜ਼, ਐਡੀ ਮਾਈਕਰੋ, ਐਡੀ ਸੂक्ष्म ਚੀਜ਼ क्या कोई ਬਲਾਈਂਡ ਵੀ ਦੇਖ ਸਕਦਾ ਹੈ, ਕੋਈ ਮਹਿਸੂਸ ਕਰ ਸਕਦਾ ਹੈ? ਉਹ ਤੁਹਾਡੇ ਐਕਟਿੰਗ ਦੇ ਵਿੱਚ ਕਦੀ ਬਲਾਈਂਡ ਦਾ ਵੀ ਕਰਨਾ ਪਏ ਤੁਹਾਨੂੰ ਕਿੱਦਾਂ ਪਤਾ ਲੱਗੇਗਾ? ਮਤਲਬ ਇਹ ਸਾਰੀ ਇਹ ਤੁਹਾਡੀ ਸੈਂਸਿਸ ਦੇ ਨਾਲ ਹੈ। ਇਸ ਕਰਕੇ ਹੁਣ ਦੂਸਰਾ ਇਹਨੂੰ ਤੁਸੀਂ ਯੂਜ਼ ਕਰਨਾ ਹੈ, ਮਹਿਸੂਸ ਕਰਨਾ ਹੈ, ऑब्जर्व करना है। चाहे रोज देखी हुई चीज है, चाहे मैं कमीज ही पाई है, इस कमीज दे मैं अगर काज ही देखन ला पांगा तो मैनू पता लगेगा इसका कितना होल है, किन्ने सेंटीमीटर का है, ये टाइट है या खुला है। कोई भी चीज ऐसा देखांगे असीं, है ना? उस चीज नू देखना और उसनू महसूस करना। अदरवाइज मान लो असी कोई करैक्टर करते हैं, थानू कोई रोल मिलता है, मान लो थानू कोई मोची का रोल मिलिया, नैचुरली गल असीं मोची नू देखांगे वो किद्दां गंढदा है, किस तरह वो की करदा हैगा। सेम ही वही एक्सरसाइज है। हुण वही एक्सरसाइज तुसीं अपने लिए करनी है, तुसीं अपनी खोज लिए करनी है कि थानू की अच्छा लगता है, की देखण च बहुत अच्छा लग्या, वो तुसीं बस नोट करना। एक अखर, एक शब्द अच्छा थानू ये लग्या देखण च, अज मैनू ये फुल बड़ा अच्छा लग्या, गुलाब दा है, गेंदे दा है, चमेली दा है, कोई भी जो भी किसी दे जूड़े च अच्छा लग्या है, किसी दे किस तरीके नाल अच्छा लग्या है, किसी दे मंदिर च पिया अच्छा लग्या है, किसी दे गुरुद्वारे च पिया अच्छा लग्या है, किसी दे गल च पिया हार अच्छा लग्या। ये फुल दा ऐदां हजारां लखां शब्द हैं जिन्हां नूं तुसीं देखोगे, उन्हां नूं महसूस करोगे। फिर है 2 सेकंड अपनी फर्स्ट आंख होगी, सेकंड होगी साडी कान, सुनना, हेयरिंग। इस जदों तुसी सुनन आओगे, एक बहुत जिहड़ी चीज दिखाई नहीं देंदी, वो किते घाह दे विच किते भी किर 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 के ओदी साउंड थानू सुनाई देगी जदों उहनूं लभण ते जाओगे, तुसी जदों उसनूं सुनन ते जाओगे, या जदों असी अपने अंदर दी कोई आवाज साउंड, चाहे ओम ही कर रहे होइए, ओम करते करते जदों असी उसदी आखिरी जिहड़ी है टोन जिहड़ी है वो कदों नाभि तक आंदी है, उस टोन नूं जदों सुनन दी कोशिश करांगे वो तुहानूं पता लगेगा कि वो टोन किद्दां दी। अक्सर इस तरह हुंदा है, या तुसी अपने अपने आजकल तो सब कोल मोबाइल है,
ਆਪਣੇ ਮੋਬਾਈਲ ਦੇ ਵਿੱਚ ਆਪਣੀ ਆਵਾਜ਼ ਨੂੰ ਰਿਕਾਰਡ ਕਰ ਲਓ ਔਰ ਉਸ ਨੂੰ ਸੁਣੋ। ਅਕਸਰ ਤੁਹਾਨੂੰ ਇਹ ਲੱਗੇਗਾ ਯਾਰ ਇਹ ਆਵਾਜ਼ ਮੇਰੀ ਨਹੀਂ। ਮਹਿਸੂਸ ਕੀਤਾ ਕਦੀ? और करके देखना, अक्सर थानू ये लगेगा आवाज मेरी नहीं। दुआ बंदा तो पहचान लेगा भी ये गुरजिंदर बोल रहा है, ईश्वर बोल रहा है, ये विक्रांत बोल रहा है। दुआ बंदा तो सारे बंदे पहचान जाएंगे। जिहदी आवाज है उन्होंने बहुत भुलेखा लगेगा कि मेरी आवाज नहीं है, क्योंकि असी वो सुनी नहीं। जदों असी अपनी आवाज नहीं सुनी, असी अपनी आवाज पहचानन च गलती कर रहे हैं एडे एडे बड़े होके। इट मीन्स कि बहुत कुछ सुनना है। एक सूक्ष्म जिहड़ी है एक आवाज, एक किते काच दूर चलदी हुई चीटी दी आवाज नूं सुनना, ये तां उस नूं पहचानना, उहदा अवलोकन करना, उस नूं ऑब्जर्व करना बहुत बड़ी एक्सरसाइज है जिहड़ी तुसीं कर सकते हो। जदों ये तुसीं करोगे, जदों तुसीं ये सुनोगे दूसरा बंदा की बोलदा है, ਜਦੋਂ ਐਕਟਰ ਦੇ ਤੌਰ ਤੇ ਡਾਇਲੌਗ ਤੇ ਸੰਵਾਦ ਦੂਸਰੇ ਦਾ ਬੋਲਦਾ ਹੋਇਆ ਤੁਹਾਡੇ ਫੇਸ ਤੇ ਆਪਣੇ ਆਪ ਰਿਐਕਸ਼ਨ ਆਣਾ ਸ਼ੁਰੂ ਹੋ ਜਾਏਗਾ, ਬਿਨਾਂ ਕੁਝ ਕੇ ਤੁਹਾਨੂੰ ਕੋਈ ਉਹਦੇ ਬਾਰੇ ਐਫਰਟ ਨਹੀਂ ਕਰਨਾ ਪਏਗਾ। ਇਸ ਕਰਕੇ ਤੁਹਾਡਾ ਉਹਦਾ ਐਕਟਿੰਗ ਦਾ ਵੀ ਪ੍ਰੋਸੈਸ ਹੈ, ਤੁਹਾਡਾ ਉਸ ਸੁਣਨ ਦੀ ਸ਼ਕਤੀ ਨੂੰ ਵਧਾਣਾ, ਉਹਦੀ ਡੈਪਥ ਤੱਕ ਜਾਣਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਤੁਸੀਂ ਇਸ ਸੈਕਿੰਡ ਜਿਹੜਾ ਹੈ ਸੈਂਸਿਸ ਦੇ ਬਾਰੇ ਸੋਚੋਗੇ। ਕੋਈ ਇੱਕ ਸ਼ਬਦ ਬਹੁਤ ਅੱਛਾ, ਕੋਈ ਮਿਊਜ਼ਿਕ ਵੀ ਤੁਸੀਂ ਸੁਣ ਸਕਦੇ ਹੋ, ਉਸ ਮਿਊਜ਼ਿਕ ਦੀ ਟਿਊਨ ਇੱਕ ਗਾਣਾ ਹੈ, ਉਸ ਦੇ ਵਿੱਚ ਕਿੰਨੇ ਇੰਸਟਰੂਮੈਂਟ ਚੱਲਦੇ ਹਨ, ਉਸ ਦਾ ਕੋਈ ਇੰਸਟਰੂਮੈਂਟ ਪਹਿਚਾਨ ਲੈਣਾ ਵੀ ਇਹ ਚੱਲ ਰਿਹਾ ਹੈਗਾ, ਹੁਣ ਇਹ ਆਫ ਹੋ ਗਿਆ, ਆਫ ਬੀਟ ਆ ਗਿਆ, ਇਨ ਹੋ ਗਿਆ, ਇੱਥੇ ਆ ਗਿਆ, ਉਹ ਤੋਂ ਪਹਿਲਾਂ ਲਾ ਲਾ ਲਾ, ਕੋਈ ਵੀ ਇਸ ਤਰੀਕੇ ਨਾਲ ਸੁਣਨ ਦੇ ਵਿੱਚ ਕੋਈ ਵੀ ਚੀਜ਼ ਦੀਆਂ ਵੀ ਜਿਸ ਤਰੀਕੇ ਨਾਲ ਦੇਖਣ ਦੀਆਂ ਹਜ਼ਾਰਾਂ ਆਈਟਮਾਂ ਹੈ, ਇਸ ਤਰੀਕੇ ਨਾਲ ਸੁਣਨ ਦੀਆਂ ਵੀ ਹਜ਼ਾਰਾਂ ਆਈਟਮਾਂ ਹੈ। ਕਿਸੇ ਦੀ ਆਵਾਜ਼ ਬੜੀ ਅੱਛੀ ਹੈ, ਉਹਦਾ ਬੋਲਣ ਦਾ ਵੀ ਹੋ ਸਕਦਾ ਹੈ ਜਾਂ ਜਿਸ ਤਰੀਕੇ ਨਾਲ ਅੱਜ ਰੋਹਿਤ ਸਰਦਾਨਾ ਨੇ ਮੈਨੂੰ ਉਹਦੀ ਆਵਾਜ਼ ਗੂੰਜ ਰਹੀ ਹੈ ਮੇਰੇ ਕੰਨਾਂ ਦੇ ਵਿੱਚ, ਵੀ ਇਸ ਟਾਈਮ 5 ਤੋਂ 6 ਉਹਦਾ ਸ਼ੋਅ ਚੱਲ ਰਿਹਾ ਹੁੰਦਾ ਹੈਗਾ ਦੰਗਲ, ਹਨਾ, ਤੇ ਉਹ ਅੱਜ ਨਹੀਂ ਹੈ ਤੇ ਮੈਨੂੰ ਹੁਣ ਸੁਣ ਰਿਹਾ ਉਹ ਲੱਗਦਾ। ਇਸ ਤਰੀਕੇ ਨਾਲ ਸੁਣਨ ਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਹੈ, ਉਹਨੂੰ ਸੁਣਨਾ ਔਰ ਉਸ ਸੁਣਨ ਨੂੰ ਲਿਖ ਲੈਣਾ ਆਪ। ਅੱਜ ਮੈਂ ਇਹ ਦੇਖਿਆ, ਚਾਹੇ ਉਹ ਫੁੱਲ ਹੈ, ਚਾਹੇ ਉਹ ਕਾਰ ਹੈ, ਚਾਹੇ ਪੈਂਟ ਹੈ, ਕਮੀਜ਼ ਹੈ, ਲਿਖ ਲੈਣਾ ਬਸ ਇੱਕ ਸ਼ਬਦ ਏਦਾਂ ਹੀ ਸੁਣਿਆ ਜੋ ਉਹ ਇੱਕ ਸ਼ਬਦ ਲਿਖ ਲੈਣਾ, लिख के रख लो, बस इन्ना ही कम है। ये दो सेंसिस हो गई थोड़ियां, आपां किहदी गल करती, अख दी करती, कन दी करती। तीसरी चीज की है साडे फेस दे उत्ते ही, वो है ये दो नाथुने, नोज, इहदे चों की आंदा है, सुंगन दी स्मैल आंदी है। ठीक है कि इस सेंसिस दे नाल कि सानू पता लगता है किथे की चीज है, किथे खुशबू है, किथे दुर्गंध है, किथे किस चीज का तड़का लग्या है, किथे इस चीज नू, इस श्वास नू लेना सी, इनू महसूस करना और इदी गहराई नू महसूस करना। असी जदों श्वास इस चों लेंदे हैं, उन्होंने इनहेल करते हैं, एक प्राणायाम तो हैगा ही है, दूसरा इनू असी किन्ने गहराई तक लेंदे हैं। मान लो भी थोड़े ही घर दे विच कोई चीज बन रही है, कोई कुकिंग ते तुसी रखिया होया या तड़का लग रहा, उसकी खुशबू किड्डी अच्छी है, उन्होंने तुसी किन्ने गहराई तक लेके जाते, उसका श्वास किन्ना इनहेल तक करते हो। या कोई बहुत माड़ी चीज है, खुशबू है, उन्होंने असी किस तरीके नाल नक बंद करते होवांगे, किस तरीके नाल की करते होवांगे। ये छोटे छोटे रिएक्शन भी इनू थोड़ा जा स्मैल करना, इस श्वासां नू जिहड़ा है इस
ਜਿਹੜੀ ਸਵਾਸ ਹੈ, ਇਸ ਸੈਂਸ ਨੂੰ ਸਮਝਣਾ, ਇਸ ਨੂੰ ਦੇਖਣਾ, ਜਾਂ ਮੰਨ ਲਓ ਵੀ ਕੋਈ ਐਡ ਵੀ ਆਉਂਦੀ ਹੈ ਬੀਇੰਗ ਏ ਐਕਟਰ, ਵੀ MDH ਮਸਾਲਾ ਜੋ ਦੇਖੇ ਦੌੜਾ ਚਲਾਏ, ਹੁਣ ਉਹ ਦੌੜਾ ਚਲਾਏ ਸਮੈਲ ਦੇ ਨਾਲ ਕੀ ਰਿਐਕਟ ਹੈ, ਮਤਲਬ ਇਟ ਮੀਨਸ ਕਿ ਸੈਂਸਿਸ ਦਾ ਇਹਦਾ ਵੀ ਤੁਹਾਡਾ ਸਮੈਲ ਦੇ ਨਾਲ ਕਿੰਨੇ ਤੁਸੀਂ ਐਕਸਪ੍ਰੈਸ਼ਨ ਦਿੰਦੇ ਹੋਵੋਗੇ, ਅੱਛਾ ਬਣਿਆ ਬੁਰਾ ਬਣਿਆ, ਇਹ ਤੁਹਾਡੇ ਐਕਟਰ ਦਾ ਫੇਸ ਹੀ ਯੂਜ਼ ਹੁੰਦਾ ਇਸ ਚ। ਠੀਕ ਹੈ, ਇਸ ਨੂੰ ਵੀ ਤੁਹਾਨੂੰ ਕੋਈ ਅਗਰ ਅੱਛੀ ਖੁਸ਼ਬੂ ਲੱਗੀ, ਜ਼ਰੂਰੀ ਥੋੜੀ ਹੈ ਵੀ ਜੇ ਘਰ 'ਚ ਬੈਠੇ ਹੋ ਕੋਈ ਖੁਸ਼ਬੂ ਹੀ ਨਾ ਆਵੇ, ਕੋਈ ਫੁੱਲ ਹੀ ਨਹੀਂ ਹੈ ਵੀ ਆਪਾਂ ਲੱਭੀਏ ਯਾਰ ਖੁਸ਼ਬੂ ਕਿ ਸੁਣਨੀ। ਜੇ ਮੇਰੇ ਕੋਲ ਪੇਪਰ ਪਿਆ, ਇਹਨੂੰ ਵੀ ਆਪਾਂ ਸਮੈਲ ਕਰ ਸਕਦੇ, ਅਗਰ ਇਹ ਇੰਕ ਹੈ ਇਹਨੂੰ ਵੀ ਆਪਾਂ ਸੋਚ ਸਕਦੇ, ਕੁਝ ਵੀ ਉਸ ਦਾ ਅਨੁਭਵ ਕਰਨਾ, ਉਸ ਨੂੰ ਅਬਜ਼ਰਵ ਕਰਨਾ, ਉਸ ਦੀ ਸਮੈਲ ਨੂੰ ਸਮਝਣਾ, ਤਾਂ ਕਿ ਇਹ ਤੁਹਾਡੀ ਜਿਹੜੀਆਂ ਹਾਰਡ ਡਿਸਕ ਹੈ ਮਾਈਂਡ ਦੀ, ਇਹਦੇ ਵਿੱਚ ਹਰ ਇੱਕ ਚੀਜ਼ ਦਾ ਐਪਰੋਪ੍ਰੀਏਟ ਜਗ੍ਹਾ ਬਣੀ ਹੋਈ ਹੈ, ਪੋਰਸ਼ਨ ਬਣੇ ਹੋਏ ਆ, ਉਸ ਪੋਰਸ਼ਨ ਨੂੰ ਯੂਜ਼ ਕਰਨਾ। ਜਿਹੜਾ ਐਕਟਰ ਹੈ ਉਹਦਾ ਇਹੀ ਕੰਮ ਹੁੰਦਾ ਹੈ, ਇਹਨਾਂ ਚੀਜ਼ਾਂ ਨੂੰ ਲਗਾਤਾਰ ਯੂਜ਼ ਕਰਦਾ ਹੈਗਾ। ਫਿਰ ਅਗਰ ਤੁਹਾਨੂੰ ਕੋਈ ਏਦਾਂ ਦੀ ਚੀਜ਼ ਲੱਗਦੀ ਹੈ, ਇਹਦਾ ਵੀ ਇੱਕ ਸ਼ਬਦ ਲਿਖ ਲੈਣਾ, ਔਰ ਇਸ ਦੇ ਬਾਰੇ ਜਿਸਨੇ ਕੋਈ ਸ਼ਬਦ ਲਿਖਿਆ ਹੈ, ਕੋਈ ਉਸਨੂੰ ਮਹਿਸੂਸ ਕੀਤਾ ਹੈ, ਉਹ ਕੱਲ ਦੱਸੇਗਾ। ਬੀਇੰਗ ਏ ਐਕਸਰਸਾਈਜ਼ ਆਪਾਂ ਇਹ ਥੀਏਟਰ ਦੀ ਐਕਸਰਸਾਈਜ਼ ਹੀ ਕਰ ਰਹੇ ਹੋਵਾਂਗੇ, ਬਾਕੀ ਗੱਲਾਂ ਵੀ ਨਾਲ ਕਰਾਂਗੇ। ਫਿਰ ਚੌਥਾ ਪੁਆਇੰਟ ਆਪਣਾ ਆ ਗਿਆ ਟੇਸਟ। ਇਸ ਫੇਸ ਦੇ ਵਿੱਚੋਂ ਅਸੀਂ ਜੋ ਖਾਂਦੇ ਹਾਂ ਉਹਦਾ ਟੇਸਟ ਕੀ ਹੈ, ਮਿੱਠਾ ਹੈ, ਸਭ ਨੂੰ ਪਤਾ ਹੈ ਵੀ ਇਹ ਚੀਜ਼ ਮਿੱਠੀ ਹੈ, ਅੰਬ ਮਿੱਠਾ ਹੈ, ਸਭ ਨੂੰ ਪਤਾ ਹੈ, ਲੇਕਿਨ ਉਹ ਖਾਣ ਵਾਲੇ ਨੂੰ ਪਤਾ ਕਿੰਨਾ ਮਿੱਠਾ ਹੈ, ਕਿੰਨਾ ਖੱਟਾ ਹੈ, ਕਿੰਨਾ ਕੀ ਹੈ। ਜਾਂ ਕੋਈ ਖਾਂਦੇ ਟਾਈਮ ਤੁਹਾਡੇ ਜਦੋਂ ਆਪਾਂ ਇੱਥੇ ਟੱਚ ਕੀਤਾ ਕੀ ਟੇਸਟ ਹੈ, ਅੰਦਰ ਕੀਤਾ ਕੀ ਟੇਸਟ ਹੈ, ਮੂੰਹ ਦੇ ਹਰ ਇੱਕ ਉਸਦੇ ਤੇ ਕੀ ਟੇਸਟ ਆਉਂਦਾ ਹੈ, ਉਹਦਾ ਕੀ ਰਸ ਆਉਂਦਾ ਹੈ, ਉਹਦਾ ਜੋ ਰਸ ਆਉਂਦਾ ਉਹ ਤੁਹਾਡੇ ਐਕਸਪ੍ਰੈਸ਼ਨ ਹੁੰਦੇ ਹਨ, ਉਹ ਇੱਕ ਐਕਟਰ ਦਿਖਾਉਂਦਾ ਹੈ। ਗੱਲਬਾਤ ਕਰਦੇ, ਖਾਂਦੇ ਪੀਂਦੇ, ਤੁਹਾਡੇ ਸ਼ਾਰਟ ਹੁੰਦੇ ਹੋਣਗੇ, ਬਹੁਤ ਕੁਝ ਤੁਸੀਂ ਦੇਖਦੇ ਹੋਵੋਗੇ ਕਿ ਉਹਦਾ ਐਗਜ਼ੈਕਟ ਚੀਜ਼ ਨਹੀਂ ਆਉਂਦੀ, ਉਹ ਫੀਲ ਹੀ ਨਹੀਂ ਹੁੰਦਾ। ਤੁਹਾਡੇ ਕੋਲ ਪ੍ਰੌਪਸ ਤਾਂ ਹੈ ਪਰ ਉਹ ਫੇਸ ਤੇ ਐਕਸਪ੍ਰੈਸ਼ਨ ਨਹੀਂ ਹੁੰਦੇ, ਕਿਉਂਕਿ ਅਸੀਂ ਜੋ ਅੱਜ ਤੱਕ ਖਾਧਾ ਉਹਨੂੰ ਮਹਿਸੂਸ ਹੀ ਨਹੀਂ ਕੀਤਾ। ਅਸੀਂ ਸੋਚਦੇ ਪੇਟ ਲਈ ਹੈ, ਪੇਟ ਭਰਨ ਲਈ ਤਾਂ ਕਰ ਲਿਆ, ਲੇਕਿਨ ਉਹਦਾ ਰਸ ਨਹੀਂ ਲਿੱਤਾ ਅਸੀਂ, ਉਸ ਦਾ ਰਸ ਨਹੀਂ ਲਿੱਤਾ। ਇਸ ਕਰਕੇ ਸਾਨੂੰ ਉਹ ਜਿਹੜੀ ਐਡੀ ਐਕਸਰਸਾਈਜ਼ ਕੀਤੀ 32 ਦੰਦਾਂ ਨੇ, ਜੀਭ ਨੇ ਰਸ ਬਣਾ ਕੇ ਜਿਹੜੀ ਤੁਹਾਨੂੰ ਪ੍ਰੋਟੀਨ ਦਿੱਤੀ, ਜੋ ਉਹਨੂੰ ਅਸੀਂ ਕਦੇ ਮਹਿਸੂਸ ਨਹੀਂ ਕੀਤਾ। ਇਸ ਕਰਕੇ ਇਸ ਨੂੰ ਵੀ ਕੋਸ਼ਿਸ਼ ਕਰੋ ਸਮਝਣ ਦੀ, ਹਰ ਇੱਕ ਦਾ ਰੋਟੀ ਦਾ ਕੀ ਟੇਸਟ ਹੈ, ਬ੍ਰੈਡ ਦਾ ਕੀ ਹੈ, ਸਬਜ਼ੀ ਦਾ ਕੀ ਹੈ। ਮੰਨ ਲਓ ਮੇਰੇ ਕੋਲ ਅਗਰ ਅੱਖਾਂ ਨਾ ਹੋਣ ਤੇ ਮੈਂ ਟੇਸਟ ਨਾਲ ਹੀ ਦੱਸ ਦਵਾਂ ਵੀ ਵਾਹ ਅੱਜ ਤਾਂ ਇਹ ਬਣਿਆ, ਅੱਜ ਇਹ ਹਲਵਾ ਹੈ, ਇਹ ਖੀਰ ਹੈ, ਜੋ ਵੀ ਚੀਜ਼ਾਂ ਹੋਣਗੀਆਂ ਅਣਗਿਣਤ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਪਹਿਚਾਨਣਾ ਹੈ ਕਿ ਤੁਸੀਂ ਉਹਨਾਂ ਨੂੰ ਪਹਿਚਾਨ ਸਕਦੇ ਹੋ। ਬੀਇੰਗ ਐਨ ਐਕਟਰ ਕੋਈ ਨਵੀਂ ਚੀਜ਼ ਨਹੀਂ ਹੈ, ਡੇਲੀ ਦਾ ਰੂਟੀਨ ਦਾ ਕੰਮ ਹੈ। 1 ਮਿੰਟ ਇਸ ਨੂੰ ਵੀ ਦੇਣ ਦੀ ਕੋਸ਼ਿਸ਼ ਕਰਨਾ। 4 ਹੋ ਗਈ ਆਪਣਾ, ਹੁਣ 5ਵੀਂ ਸੈਂਸ ਹੈ ਸਾਡੀ, ਕਿਹਦੇ ਬਾਰੇ ਗੱਲ ਕਰ ਲਈ? ਅੱਖਾਂ ਤੇ, ਨੱਕ ਤੇ, ਕੰਨ ਤੇ, ਜੀਭ ਤੇ, ਹੱਥਾਂ ਤੇ। ਟੱਚ ਕਰਨਾ, ਮਹਿਸੂਸ ਕਰਨਾ, ਕੋਈ ਵੀ ਚੀਜ਼ ਨੂੰ ਛੂਣਾ, ਛੂ ਕੇ ਪਤਾ ਕਰ ਲੈਣਾ। ਮੰਨ ਲਓ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਛੂ ਕੇ, ਹੁਣ ਮੰਨ ਲਓ ਕਿ ਵੀ ਮੇਰੀਆਂ ਅੱਖਾਂ ਨਾ ਹੋਣ ਔਰ ਮੈਂ ਇਹ ਨੋਟ ਫੜ ਕੇ ਸੋਚਾਂ ਵੀ ਇਹ ਕਿੰਨੇ ਦਾ ਹੈ, ਇਹ ਪਹਿਚਾਨ ਕਰਾਂ,
ਇਹਦੇ ਖੁਰਦਰਾਪਨ ਕਰਾਂ, ਇਹਨੂੰ ਦੇਖਾਂ। ਇਸ ਤਰੀਕੇ ਨਾਲ ਕੋਈ ਸਿੱਕਾ, ਕੋਇਨ, ਕਾਗਜ਼, ਪੈਨ, ਫਾइल ਕੁਝ ਵੀ, ਜਾਂ ਆਪਣੇ ਹੀ ਬਦਨ ਨੂੰ ਮਹਿਸੂਸ ਕਰ ਲਾਂ। ਕਦੀ ਇੱਥੇ ਜਾਵਾਂ ਵੀ ਇਹ ਮੇਰੀ ਬਾਜੂ ਦਾ ਇੰਨਾ ਡੋਲਾ ਹੈ, ਇੰਨਾ ਇਹ ਹੈ, ਮੇਰੀ ਅੱਖ ਇੰਨੀ ਸੋਹਣੀ ਹੈ, ਕਦੀ ਉਹਨੂੰ ਛੂ ਕੇ ਮਹਿਸੂਸ ਕਰਨਾ ਹੈ ਨਾ। ਜਦੋਂ ਅਸੀਂ ਛੂੰਦੇ ਹਾਂ, ਛੂਣ ਨਾਲ ਸਾਡੇ ਸਰੀਰ ਦੇ ਵਿੱਚ ਕਿੰਨੀ ਸੈਂਸੇਸ਼ਨ ਹੁੰਦੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਫਿਲਮਾਂ ਜਾਂ ਸੀਰੀਅਲ 'ਚ ਵੀ ਮੈਂ ਦੇਖਦਾ ਕਿ ਦੋ ਬੰਦੇ ਹੱਥ ਲਗਾ ਰਹੇ ਇੱਕ ਦੂਜੇ ਨੂੰ, ਉਹਨਾਂ ਦਾ ਰਿਐਕਸ਼ਨ ਹੀ ਨਹੀਂ ਹੁੰਦਾ। ਉਹ ਦੱਸੇ ਹੁੰਦਾ ਯਾਰ ਇਹਦੀ ਬਾਹ ਫੜ ਲੈ, ਬਾਹ ਫੜ ਲਈ, ਕੋਈ ਰਿਐਕਸ਼ਨ ਹੀ ਨਹੀਂ। ਉਸ ਟੱਚ ਦਾ ਮਹਿਸੂਸ ਹੁੰਦਾ ਹੈ ਨਾ, ਉਹ ਮਹਿਸੂਸ ਦੇ ਭਾਵ ਤੁਹਾਡੇ ਆਣੇ ਉਹ ਬਹੁਤ ਜ਼ਰੂਰੀ ਹੁੰਦੇ ਹੈ ਨਾ। ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਨਾ। ਮੰਨ ਲਓ ਹੁਣ ਮੈਂ ਕਿ ਇੱਥੇ ਟੇਬਲ ਤੇ ਬੈਠਾ, ਇਹ ਟੇਬਲ ਨੂੰ ਮੈਂ ਹੱਥ ਲਾ ਕੇ ਛੂ ਕੇ ਮਹਿਸੂਸ ਕਰ ਰਿਹਾ, ਮੁਲਾਇਮ ਹੈ, ਇਹਦੇ ਤੇ ਕੋਈ ਕਿਲ ਨਹੀਂ, ਬਹੁਤ ਮਾਈਕਾ ਲੱਗਿਆ ਹੋਇਆ ਹੈ, ਹੱਥ ਅੱਛਾ, ऐसे कोई खुरदरी चीज है, कुछ है, ਉਹਨੂੰ ਅਗਰ ਅਸੀਂ ਬਿਨਾਂ ਦੇਖੇ, ਮੰਨ ਲਓ ਮੇਰੇ ਕੁਰਸੀ ਪਈ ਹੈ, ਇਹਦੇ ਕੱਪੜਾ ਇਸ ਤਰੀਕੇ ਨਾਲ ਛੂੰਦਾ, ਮੇਰੇ ਤੋਂ ਜ਼ਿਆਦਾ ਅੱਛੇ ਆਈਡੀਆ ਤੁਹਾਡੇ ਕੋਲ ਆਉਣਗੇ। ਉਹ ਮਹਿਸੂਸ ਕਰਨ ਦਾ ਇੱਕ ਅੱਖਰ ਲਿਖ ਲੈਣਾ ਵੀ ਤੁਸੀਂ ਕਿਹਨੂੰ ਕੀਤਾ। ਇਹ ਪੰਜ ਚੀਜ਼ਾਂ, ਪੰਜ ਸੈਂਸਿਸ ਹੈਗੀਆਂ ਸਾਡੀਆਂ, ਜਿਹੜੀਆਂ ਐਕਟਰ ਦੀਆਂ ਹਮੇਸ਼ਾ ਹਮੇਸ਼ਾ ਜ਼ਿੰਦਾ ਰਹਿਣੀਆਂ ਚਾਹੀਦੀਆਂ। ਇਹਨਾਂ ਬਾਰੇ ਉਹ ਸੁਚੇਤ ਰਹਿਣਾ ਚਾਹੀਦਾ ਹੈ। ਇਹੀ ਤੁਹਾਡੇ ਐਕਟਿੰਗ ਦਾ ਪ੍ਰਤੀਬਿੰਬ ਬਣਦੀਆਂ ਵੱਡੇ ਹੋ ਕੇ, ਜਦੋਂ ਅਸੀਂ ਸਟੇਜ ਤੇ ਪਰਫਾਰਮ ਕਰਦੇ ਹਾਂ। ਚੱਲਣ ਨੂੰ ਤਾਂ ਤੁਸੀਂ ਚਾਹੇ ਲੰਗੜਾ ਚੱਲ ਲਓ, ਉੱਭਾ ਹੋ ਕੇ ਚੱਲ ਲਓ, ਸਿੱਧਾ ਚੱਲ ਲਓ, ਛਾਤੀ ਕੱਢ ਕੇ ਚੱਲ ਜਾਓ, ਵੇਟ ਲਿਫਟਿੰਗ ਤੇ ਚੱਲ ਜਾਓ, ਜਿੱਦਾਂ ਮਰਜ਼ੀ ਚੱਲ, ਲੇਕਿਨ ਆ ਪੰਜਾਂ ਚੀਜ਼ਾਂ ਦਾ ਇਸਤੇਮਾਲ ਤੁਹਾਡੇ ਲਈ ਹੋਣਾ ਬਹੁਤ ਜ਼ਰੂਰੀ ਹੈ। ਔਰ ਜਦੋਂ ਤੁਸੀਂ ਇਸ ਦੀ ਖੋਜ ਚ ਆਪਣੇ ਆਪ ਲੱਗੋਗੇ, ਐਨੇ ਬੇਅੰਤ ਰਸਤੇ ਮਿਲਣਗੇ, ਔਰ ਇਹਨਾਂ ਰਸਤਿਆਂ ਨੂੰ ਖੋਜਣ ਲਈ ਬੜੇ ਬੜੇ ਲੋਕ ਸੰਤ ਮਹਾਤਮਾ ਵੀ ਬਣ ਜਾਂਦੇ। ਇਹ ਉਹ ਰਸਤਾ ਹੈ। ਇਸ ਕਰਕੇ ਇਸ ਨੂੰ ਤੁਸੀਂ ਸਾਰੇ ਜਣੇ ਅਬਜ਼ਰਵ ਕਰੋ ਆਪਣੇ ਆਪ, ਤੁਸੀਂ ਕੀ ਦੇਖ ਰਹੇ ਹੋ, ਕੀ ਕਰ ਰਹੇ ਹੋ। ਇਹ ਤੁਸੀਂ ਇੱਕ ਇੱਕ ਅਕਸ਼ਰ ਲਿਖੋਗੇ, ਜਿਹੜਾ ਵੀ ਤੁਸੀਂ ਇੱਕ ਅਕਸ਼ਰ ਲਿਖੋਗੇ, ਔਰ ਇਹ ਮੈਂ ਤੁਹਾਨੂੰ ਯਕੀਨ ਦਿਲਾਉਂਦਾ, ਉਹ ਅਕਸ਼ਰ ਤੁਹਾਡਾ ਫਿਰ ਪਿੱਛਾ ਨਹੀਂ ਛੱਡੇਗਾ। ਉਹ ਅਕਸ਼ਰ ਪੂਰੀ ਸਟੋਰੀ ਬਣਾਏਗਾ, ਉਹ ਅਕਸ਼ਰ ਪੂਰੀ ਇਮੇजिनेशन ਕਰੇਗਾ, ਉਹ ਅਕਸ਼ਰ ਪੂਰੀ ਕਲਪਨਾ ਚ ਲੈ ਕੇ ਜਾਏਗਾ, ਉਹ ਅਕਸ਼ਰ ਇੱਕ ਫਿਲਮ ਬਣਾ ਦੇਗਾ। ਉਸ ਫਿਲਮ ਦਾ ਆਨੰਦ ਵੀ ਲੈਣਾ, ਉਸ ਫਿਲਮ ਨੂੰ ਅਬਜ਼ਰਵ ਜੋ ਤੁਸੀਂ ਕਰ ਰਹੇ ਹੋ ਉਹਨੂੰ ਸਮਝਣਾ ਵੀ ਹੈ, ਉਸ ਨੂੰ ਐਕਸਪਲੇਨ ਵੀ ਕਰਨਾ ਹੈ। ਪੰਜ ਅੱਖਰ ਰੋਜ਼, ਹੁਣ ਸਾਡੇ ਕੋਲ ਸ਼ਾਮ ਟਾਈਮ ਹੈਗਾ, ਅਸੀਂ ਇਹ ਦੇਖਾਂਗੇ ਕਿ ਸਾਨੂੰ ਪੰਜ ਅੱਖਰ ਵੀ ਨਹੀਂ ਮਿਲ ਰਹੇ। ਉਹਦੇ ਲਈ ਵੀ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਹੈ। ਜਾਂ ਮਤਲਬ ਇੱਕ ਦਿਨ ਤਾਂ ਅਸੀਂ ਲੱਭ ਲਿਆ, ਦੂਜੇ ਦਿਨ ਫਿਰ ਉਹੀ ਰਿਪੀਟ ਹੋ ਰਿਹਾ, ਜਾਂ 5 ਦਿਨ ਲੱਭ ਲਏ, 6ਵੇਂ ਦਿਨ ਹੋਰ ਨਵਾਂ ਨਹੀਂ ਲੱਭ ਰਿਹਾ। ਇਹ ਛੋਟੀ ਜਿਹੀ ਐਕਸਰਸਾਈਜ਼ ਜਦੋਂ ਅਸੀਂ ਇਹਨੂੰ ਸ਼ੁਰੂ ਕਰ ਦਾਂਗੇ, ਅਕਸ਼ਰ ਸਾਡਾ ਪਿੱਛਾ ਨਹੀਂ ਛੱਡੇਗਾ। ਹੋ ਸਕਦਾ ਤੁਹਾਨੂੰ ਕਿੰਨਾ ਵੱਡਾ ਇਤਿਹਾਸਕਾਰ ਬਣਾ ਦੇ, ਕਿੰਨਾ ਵੱਡਾ ਕਹਾਣੀਕਾਰ ਬਣਾ ਦੇ, ਕਿੰਨਾ ਵੱਡਾ ਨੋਵਲਿਸਟ ਬਣਾ ਦੇ, ਇਹ ਪਤਾ ਨਹੀਂ। ਇਹ ਤੁਹਾਡੀ ਮਿਹਨਤ ਹੈ, ਇਹ ਤੁਹਾਡੀ ਇਮੇजिनेशन ਹੈ, ਤੁਹਾਡੀ ਸੋਚ ਹੈ। ਕਿੰਨਾ ਵੱਡਾ ਤੁਹਾਨੂੰ ਕਲਾਕਾਰ ਬਣਾ ਦੇ, ਕਿੰਨੀਆਂ ਸੋਚਾਂ ਚ ਅੱਗੇ ਲੈ ਜੇ, ਕਿੰਨਾ ਤੁਹਾਨੂੰ ਦਾਰਸ਼ਿਕ ਬਣਾ ਦੇ, ਕਿੰਨਾ ਤੁਹਾਨੂੰ ਬੁੱਧੀਜੀਵੀ ਬਣਾ ਦੇ, ਇਹਦੀ ਕੋਈ ਲਿਮਟ ਨਹੀਂ। ਉਹਦੀ ਇਹੀ ਹੈ ਕਿ ਇਹ ਐਕਸਰਸਾਈਜ਼ ਤੁਸੀਂ ਕਿੰਨੀ ਜ਼ਹੀਨ ਤਰੀਕੇ ਨਾਲ ਕਰਦੇ ਹੋ, ਕਿਸ ਤਰੀਕੇ ਨਾਲ ਇਹਨੂੰ ਫੋਲੋ ਕਰਦੇ ਹੋ, ਇਹ ਤੁਹਾਡੇ ਉਸ ਤੇ ਨਿਰਭਰ ਹੈ। ਇਹ ਅਸੀਂ ਇਸ ਚੀਜ਼ ਨੂੰ ਜ਼ਰੂਰ ਕੱਲ ਤੋਂ ਥੋੜਾ ਜਿਹਾ ਕਰਨਾ ਸ਼ੁਰੂ ਕਰੀਏ।
ਔਰ ਆਪਣੇ ਆਪਣੇ ਐਕਸਪੀਰੀਅੰਸ ਕੀ ਤੋਂ ਸਾਨੂੰ ਫਾਇਦਾ ਹੁੰਦਾ ਹੈ ਤੇ ਇਹਨੂੰ ਫਿਰ ਹੋਰ ਅੱਗੇ ਕੰਟੀਨਿਊ ਲੈ ਕੇ ਚੱਲਾਂਗੇ। ਜੇ ਲੱਗਦਾ ਹੈ ਵੀ ਕੁਝ ਨਹੀਂ ਹੈ, ਅਗਰ ਕਿਸੇ ਦੀ ਹੋਰ ਵੀ ਕੋਈ ਦਿੱਕਤ ਹੈ, ਅਸੀਂ ਇਸ ਦੌਰਾਨ ਜਿਹੜਾ ਹੈ ਆਪਣੀ ਵਰਚੁਅਲ ਮੀਟਿੰਗ ਦੇ ਵਿੱਚ ਇਹ ਕਰਨਾ ਸ਼ੁਰੂ ਕਰਾਂਗੇ। ਆਪਣਾ ਹੁਣ ਕਿੰਨੀ ਕੁ ਦੇਰ ਦਾ ਟਾਈਮ ਰਹਿ ਗਿਆ ਹੈਗਾ, ਕੁਝ ਹੈ ਆਈਡੀਆ? ਧਿਆਨ ਦਾ ਨੀਚੇ ਲਿਖਿਆ ਹੋਇਆ 7 अभिषेक, मिनट कोई का बात है नहीं? सर। आई थिंक 10 मिनट और हो सकते हैं, 10-15 मिनट। 10 मिनट आई थिंक सो, यस अजय है और हाँ जी। 10-15 सर वो वैसे मिनट वो वैसे इसको भवशील को नोटिफिकेशन आ जाएगा वैसे कि ये मीटिंग ओवर होने वाली है, तो ये एक्सटेंड कर सकता है उसको। ਅੱਛਾ अभी ਚਲੋ तक- ਹੁਣ ਆਪਾਂ ਇੱਕ ਇਸ ਬਾਰੇ ਦੇ ਉੱਤੇ ਇੱਕ ਕੁਇਕ ਰਿਐਕਸ਼ਨ ਤੁਹਾਡਾ ਸਾਰਿਆਂ ਦਾ ਚਾਹੁੰਦੇ ਆ ਵੀ ਆਪਾਂ ਨੂੰ ਕੀ ਸਭ ਤੋਂ ਪਹਿਲਾਂ ਕੌਣ ਹੱਥ ਖੜਾ ਕਰਦੇ ਤਾਂ ਕਿ ਉਹੀ ਸ਼ੁਰੂ ਹੋ ਜਾਏ। शैंटी सर दा हाथ खड़ा है। हाँ शैंटी जी बोलो, म्यूट है आवाज भाजी, नहीं आ रही म्यूट है सर। मेरा। सर अनम्यूट कर मैं दो। मैं लेट ज्वाइन ਕੀਤਾ ਨੈਟ ਕਰਕੇ, ਮੈਨੂੰ ਪਤਾ ਨਹੀਂ ਕਿਸ ਚੀਜ਼ ਦਾ ਰਿਐਕਸ਼ਨ ਕਹਿ ਰਹੇ हैं ਸਰ। ਮੈਂ ਕਿ ਹੁਣ ਜਿੰਨੀ ਕੁ ਆਪਣੀ ਗੱਲਬਾਤ ਹੋਈ ਹੈ ਜਲਦੀ ਨਾਲ ਕੋਈ ਨਾ ਕੋਈ ਆਪਣੀ ਗੱਲਬਾਤ ਦੱਸੋ ਵੀ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਅਸੀਂ ਕੱਲ ਤੋਂ ਪਹਿਲਾਂ ਇੱਕ ਇਹ 5 ਸ਼ਬਦ ਜਿਹੜੇ ਹੈਗੇ ਆ ਆਪਾਂ ਇਹਨਾਂ ਬਾਰੇ ਗੱਲ ਕਰਾਂਗੇ, ਆਬਜ਼ਰਵੇਸ਼ਨ ਦੇ ਬਾਰੇ ਗੱਲ ਕਰਾਂਗੇ, 5 ਸੈਂਸੇਸ਼ਨ ਦੇ ਬਾਰੇ ਗੱਲ ਕਰਾਂਗੇ, ਔਰ ਜਿਹੜਾ ਫੈਸਟੀਵਲ ਦੇ ਵਿੱਚ ਇੱਕ ਨਾਟਕ ਹੋਇਆ ਉਹਦੇ ਬਾਰੇ ਗੱਲ ਕਰਾਂਗੇ। ਠੀਕ ਹੈ, ਉਸ ਨਾਟਕ ਦੇ ਬਾਰੇ ਗੱਲ ਹੋਏਗੀ ਫੈਸਟੀਵਲ ਦੇ ਦੌਰਾਨ ਦੀ ਇੱਕ ਗੱਲ, ਕਿਉਂਕਿ ਸਾਡੇ ਕੋਲ 6 ਦਿਨ ਫੈਸਟੀਵਲ ਦੇ ਵੀ ਹੋਣਗੇ ਤੇ ਬੇਸ਼ੱਕ ਇੱਕ ਗੱਲ 2 ਦਿਨ ਤੱਕ ਵੀ ਚੱਲ ਸਕਦੀ ਹੈ, ਜਿਸ ਤਰੀਕੇ ਨਾਲ ਸਾਨੂੰ ਠੀਕ ਲੱਗਦਾ ਹੋਏਗਾ, ਜਿਸ ਤਰੀਕੇ ਨਾਲ ਸਾਡੀ ਜਿਹੜੀ ਹੈ ਇਹ ਟੀਮ ਤੈਅ ਕਰੇਗੀ, ਭਵਸ਼ੀਲ ਜੀ ਤੈਅ ਕਰਨਗੇ ਉਸ ਸਾਰੀ ਚੀਜ਼ ਨੂੰ ਜੀ। ਹਾਂਜੀ ਬੈਂਸ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ ਇੱਕ ਤਾਂ ਅਸੀਂ ਜਿੰਨੇ ਵੀ ਆਪਾਂ ਜਦੋਂ ਕਲਾਸ ਬੰਦ ਕਰ ਦਿੱਤੀ ਸੀ, ਹੁਣ ਦੁਬਾਰਾ ਅਸੀਂ ਸਟਾਰਟ ਕੀਤੀ ਸੀ, ਉਸ ਤੋਂ ਬਾਅਦ ਵੀ ਅਸੀਂ ਆਨਲਾਈਨ ਸਾਰੇ ਬੱਚੇ ਜਿੰਨੇ ਵੀ ਆਉਂਦੇ ਸੀ ਸਾਰੇ ਟੱਚ ਸੀ। ਅਸੀਂ ਇੱਕ WhatsApp ਤੇ ਵੀ ਇੱਕ ਗਰੁੱਪ ਨਵਾਂ ਬਣਾਇਆ ਹੋਇਆ ਜਿਹਦੇ ਵਿੱਚ ਅਸੀਂ ਰੋਜ਼ ਇੱਕ ਐਕਸਰਸਾਈਜ਼ ਸ਼ੁਰੂ ਕੀਤੀ ਹੋਈ ਹੈ ਕਿ ਮੈਂ ਹਰ ਰੋਜ਼ ਇੱਕ ਛੋਟਾ ਇੱਕ ਟੌਪਿਕ ਦਊਂਗਾ, ਜਿਵੇਂ ਕਿ ਹਰ ਰੋਜ਼ ਇੱਕ ਟੌਪਿਕ ਦਿੰਦਾ ਸੀ ਸਿਰਫ ਇੱਕ ਸ਼ਬਦ ਦਾ, ਤੇ ਜਿੰਨੇ ਵੀ ਆਪਣੇ ਗਰੁੱਪ 'ਚ ਬੱਚੇ ਸਾਰੇ ਉਸ ਦੇ ਉੱਤੇ ਨਾ ਕੁਛ ਲਿਖ ਕੇ, ਕੋਈ ਸਟੋਰੀ ਪਾਉਂਦਾ, ਕੋਈ ਸ਼ੇਅਰ ਪਾਉਂਦਾ, ਕੋਈ ਸੀਨ ਬਣਾ ਕੇ ਪਾਉਂਦਾ, ਕੋਈ ਕੁਛ ਨਾ ਕੁਛ, ਮਤਲਬ ਇਹ ਆਪਾਂ ਚਲਾਈ ਹੋਈ ਹੈ ਸਰ। ਇਹ ਬੜਾ ਵਧੀਆ, ਮਤਲਬ ਬੱਚੇ ਜਿੰਨੇ ਵੀ ਇਹ ਸਾਰੇ ਬਹੁਤ ਵਧੀਆ ਸਾਡਾ ਸਾਥ ਦੇ ਰਹੇ ਨੇ ਤੇ ਬਹੁਤ ਵਧੀਆ, ਮਤਲਬ ਮੈਂ ਕਈਆਂ ਦਾ ਮੈਨੂੰ ਨਹੀਂ ਲੱਗਦਾ ਸੀ ਕਿ ਕਦੀ ਇਹ ਲਿਖ ਵੀ ਸਕਦੇ, ਪਰ ਉਹਨੇ ਅੰਦਰ ਇਹ ਲਿਖਣ ਦਾ ਟੈਲੈਂਟ ਬੜਾ ਮੈਨੂੰ ਵੀ ਹੈਰਾਨ ਕਰ ਰਿਹਾ ਕਿ ਯਾਰ ਮੁੰਡਾ ਵਧੀਆ ਲਿਖ ਰਿਹਾ ਜਾਂ ਕੁੜੀ ਬਹੁਤ ਵਧੀਆ ਲਿਖ ਰਹੀ ਹੈ। ਚਲੋ ਬਹੁਤ ਅੱਛੀ ਗੱਲ ਹੈ। ਮੈਂ ਵੀ ਹੁਣ ਪਿੱਛੇ ਗਰੁੱਪ ਦੇ ਵਿੱਚ 2 ਚੀਜ਼ਾਂ ਬਹੁਤ ਅੱਛੀਆਂ ਦੇਖੀਆਂ ਕਿ ਇੱਕ ਪ੍ਰਿੰਸ ਔਰ ਨਵਜੀਤ ਦੀ ਕੋਈ ਵੀਡੀਓ ਬਣੀ ਹੋਈ ਸੀ ਗਾਣੇ ਦੇ ਉੱਤੇ, ਇੱਕ ਪ੍ਰਿਆ ਔਰ ਜੈਕੀ ਦੀ ਸੀਗੀ, ਹਨਾ, ਬਹੁਤ ਅੱਛਾ ਸੀਗਾ। ਮਤਲਬ ਹੁਣ ਮੈਨੂੰ ਨਹੀਂ ਪਤਾ ਵੀ ਉਹ ਮੋਬਾਈਲ ਵਾਲੇ ਕੈਮਰੇ ਤੋਂ ਸ਼ਾਇਦ ਸ਼ੂਟ ਕੀਤਾ ਹੋਵੇਗਾ ਜਾਂ ਦੂਜਾ ਤਾਂ ਨਹੀਂ ਮੈਨੂੰ ਪਤਾ, ਲੇਕਿਨ ਉਸ ਦੇ ਉੱਤੇ ਵੀ ਬੜਾ ਅੱਛਾ ਕੰਮ ਕੀਤਾ ਹੋਇਆ ਸੀ। ਇਸੇ ਤਰੀਕੇ ਨਾਲ ਇੱਕ ਸ਼ਾਰਟ ਸਟੋਰੀ ਜਿਹੜੀ ਹੈ ਭਵਸ਼ੀਲ ਔਰ ਬਾਜਵਾ ਨੇ ਵੀ ਕੋਈ ਬਣਾਈ ਹੋਈ ਸੀ, ਪਤਾ ਨਹੀਂ ਉੱਪਰੋਂ ਦੀ ਕੋਈ ਛਾਲ ਮਾਰ ਦਿੰਦੇ ਆ ਜਾਂ ਮੂੰਹ ਚ ਝੱਗ ਜੀ ਕੋਈ ਏਦਾਂ ਦੀ ਹੈ। ਇੱਕ ਤਾਂ ਮੈਨੂੰ ਨਹੀਂ ਸਮਝ ਆਇਆ ਮਾਰਨ ਵਾਲੀ ਹੈ, ਜੰਪ ਮਾਰਨ ਵਾਲੀ ਤਾਂ ਮੈਨੂੰ ਸਮਝ ਆ ਗਈ, ਜਿਹੜੀ ਦੂਸਰੀ ਹੈ ਵੀ ਉਹ सर को भी नहीं समझ आई, मैं तेन कह रहा सी। हाँ वो मैं समझ नहीं आई। एनी हाउ भी वो अच्छा एफर्ट है, मैं ये गल कर रहा बड़ा अच्छा है भी ये वो सारे काम है ਜਿਹੜੇ ਮੈਨੂੰ ਵੀ ਨਹੀਂ ਆਉਂਦੇ, ਇਸ ਕਰਕੇ ਤੁਹਾਨੂੰ ਆਉਂਦੇ ਆ ਤੇ ਮੈਨੂੰ ਉਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ। ਉਹਦੇ ਵਿੱਚ ਇੱਕ ਇਹ ਹੈ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਉਸ ਕੰਟੈਂਟ ਕੀ ਹੈ, ਅਸੀਂ ਕੀ ਉਹਦਾ ਕੋਈ, ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹ ਕੰਮ ਬਿਹਤਰੀਨ ਦੁਨੀਆ ਦਾ ਕੰਮ ਹੈ, ਉਹ ਸਮਾਜ ਨੂੰ ਦਿਸ਼ਾ ਦੇਣ ਵਾਲਾ ਕੰਮ ਹੈ। ਅਗਰ ਤੁਸੀਂ ਕੋਈ ਫਿਲਮ ਬਣਾਉਂਦੇ ਹੋ, ਉਸ ਫਿਲਮ ਦੇ ਵਿੱਚ ਵੀ ਕਹਾਣੀ ਹੈ, ਲੋਕਾਂ ਦੇ ਮਨਾਂ ਦੇ ਉੱਤੇ ਇੱਕ ਅਸਰ ਪਾਉਂਦੀ ਹੈ ਔਰ ਉਹ ਅਸਰ ਲੋਕਾਂ ਦੇ ਮਨਾਂ ਦੇ ਉੱਤੇ ਰਹਿੰਦਾ ਹੈ, ਲੋਕ ਉਸ ਨੂੰ ਫੋਲੋ ਕਰਦੇ ਹੈਗੇ ਹੈ। ਵੀ ਤੁਹਾਡਾ ਵੀ ਜਿਹੜਾ ਹੈ ਉਹ ਸਟੋਰੀ ਲਾਈਨ ਉਹ ਐਸੀ ਹੋਣੀ ਚਾਹੀਦੀ ਹੈ, ਉਹ
ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਵਾਇਰਲ ਹੋਵੇ ਔਰ ਉਹਦੇ ਚੋਂ ਸੇ ਮਿਲੇ ਕਿਸੇ ਨਾ ਕਿਸੇ ਨੂੰ ਉਸ ਛੋਟੇ ਜਿਹੇ ਕੰਟੈਂਟ ਦੇ ਵਿੱਚ, ਉਸ ਛੋਟੇ ਜਿਹੇ ਸਟੋਰੀ ਦੇ ਵਿੱਚ ਵੀ ਜਿਹੜਾ ਤੁਸੀਂ ਕੀਤਾ ਉਹ ਤਾਂ ਬਹੁਤ ਅੱਛਾ ਕੀਤਾ ਹੀ ਹੈ। ਇਹ ਹੋਰ ਅੱਛਾ ਕਿਸ ਤਰੀਕੇ ਨਾਲ ਹੋਏ, ਇਹ ਉਹਦਾ ਵੀ ਅਗਲਾ ਜਿਹੜਾ ਹੈ ਪ੍ਰਯਾਸ ਜਿਹੜਾ ਹੈ, ਉਹਦੀ ਕੋਸ਼ਿਸ਼ ਜਿਹੜੀ ਹੈ ਉਹ ਜ਼ਰੂਰ ਚੱਲਣੀ ਚਾਹੀਦੀ ਹੈਗੀ ਹੈ। ਹੋਰ ਤੁਸੀਂ ਦੱਸੋ ईश्वर जी। सर बढ़िया है, मैं तो मतलब बैक टू बेसिक्स आया हूँ। मैं तो बैक टू बेसिक्स आया हूँ। मैं क्या वो जब बंदा थोड़ा जंग वंग लग जाता तो ऑयलिंग की जरूरत होती है, तो सबसे बेस्ट ऑयलिंग के लिए मैं वापस आया। मैंने कहा सबको सुन लूंगा, आपको सुन लिया, एक नई चीज पता चल गई। तो मतलब ये बड़ी अच्छी बात है कि हम 5 सेंसेस को यूज करेंगे। अदरवाइज हम क्या करते हैं, या तो हमने देख लिया, सिर्फ हम आंख का यूज करते हैं, या हमने कुछ सुन लिया। मतलब मेजरली हम लोग क्या करते हैं, कुछ देख लिया या फिर कुछ गाना सुन लिया, उससे इंस्पायर होते हैं, कोई मूवी देख लिया, कुछ पढ़ लिया या कुछ, ये 2-3 चीजें। मतलब अगर हम वो भी यूज करें, अपने और सेंसेस को भी, तीनों सेंसेस को यूज करें और उससे हम कुछ निकाले नया, तो वो एसेट ही है। और ये भी हम छोड़ चुके हैं, मतलब हम वो हम ऐसे ही करते हैं। मतलब अगर मूवी देख ली तो हम इंस्पायर हो जाएंगे तो कुछ लिखने बैठेंगे, या कुछ गाना सुन लिया तो इंस्पायर हो जाएंगे। हम उसको इंटेंशनली नहीं कर रहे। अगर हम उसको इंटेंशनली करेंगे तो शायद और भी बेनिफिट हो। तो मतलब बड़ी अच्छी चीज है। हाँ, मतलब जो ये सारा है, ये है एक ऑब्जर्वेशन के लिए, ऑब्जर्वेशन के लिए, इसलिए कि जो इसके लिए आपने एक्सरसाइज करनी है, कोई आपने काम करना है, इसके लिए आपको कहीं जाने की जरूरत नहीं, इसके लिए हमने 23 सेक्टर स्कूल में नहीं आना, इसके लिए हमने किसी का इंतजार नहीं करना। आप सुबह उठते ही हम आंखों से देखना शुरू करते हैं और मुंह से खाना शुरू करते हैं, नाक से सूंघना शुरू करते हैं, कान से सुनना शुरू करते हैं, हाथ से नहाना शुरू करते हैं, साबुन लेते हैं, फलाना करते हैं, कुछ ना कुछ इनको यूज करते हैं सुबह से लेके रात सोते समय तक। और 1-2 सेंसेस तो ऐसी रात सोते समय भी आप वर्क करते हो उसके ऊपर, लेकिन हमने कभी इसको महसूस नहीं किया, इनको ऑब्जर्व नहीं किया, है ना। जब हम इसे एक ऑब्जर्व करेंगे, एक शब्द लिखेंगे, उस शब्द के आगे पीछे क्या चीज है, जब वो चीज समझ आएगी तो आप देखोगे कि बहुत कुछ आपको मिलेगा। तो कल से मुझे लगता है कि मुझे अभी इसमें ज्यादा समझ नहीं आ रहा भी कितना टाइम रहता है, कितना नहीं रहता, या कब तक बात करूं, या कितना समय है मेरे पास। कल तक मैं थोड़ा नहीं सर, ये सर जूम मीटिंग में ऐसा कुछ नहीं होता कि इसमें समय ये एक्सटेंड हो सकती है। मतलब 2-2, 3-3 घंटे चलती है, 4-4 घंटे, ऐसा कुछ नहीं है। मतलब ये एक्सटेंड हो जाएगी। तो आज तो पहले तो सबकी ये जो है सबका कंसेंट हो भी, ये कितनी देर चलाया करें हम, है ना। चलो इसका भी आप भवशील को सारे बता दो अपने टाइम के हिसाब से भी, 6 से 7 या 6 से 8, हम 2 घंटे भी कर सकते हैं, या और लंबा कोई समय है, या एक टॉपिक को खत्म करके ही अगली बात करें, या उस दिन तक उतना चले, एक्सटेंड करें। तो कितना आप लोगों के ऊपर, मतलब जो भी आपकी रूटीन, जो भी आपके काम है, उसमें कोई बांधा ना आए। और हाँ सर, मैं इसका एक बड़ा सही सॉल्यूशन है। सो बेसिकली क्या होता है, हाँ, हम लोग भी अभी जैसे फिल्म इसी पे बन रही है, तो हम लोग इसी पे काम करते हैं, जूम पे ही। सो क्या करना है, एक ईमेल आईडी बनाई जाए, या फिर एक TFT की जो ईमेल आईडी है उससे जूम पे लॉगिन किया जाए। तो उसका पासवर्ड जैसे बैंस के पास भी होगा, भवशील के पास भी होगा, और एक और कोई आप ले सकते हो जो रेगुलर रहेंगे, शंटी सर हो गए और एक और लड़का, ये 4 लोग रह सकते हैं। उसमें क्या होगा, अगर आपने एक टाइम स्लॉट ले लिया कि हम रोज 5 से 7 बजे तक मिल रहे हैं, तो अगर भवशील नहीं है उस दिन, वो मतलब एज अ एंकर उस दिन काम नहीं कर सकता, तो बैंस कर सकता है सेम आईडी से। किसी और दिन शंटी सर कर सकता है। उससे क्या होगा कि आपकी मीटिंग रोज चल रही है, आपके जो 50 मेंबर है उसमें से अगर 2 नहीं आए तो 48 लोग हैं, 40 लोग हैं, कोई ना कोई है, और वो मीटिंग कॉन्टिन्यूसली चलती जा रही है। तो रादर देन भवशील की आईडी से ही मीटिंग बनाना, TFT के आईडी से बनाओ, सो दैट कि कोई भी सबको वो मीटिंग बना सके और वो मीटिंग रोज चले आपकी। तो ये हो सकता है। मतलब फिर भवशील का ऐसा कोई रहना जरूरी नहीं है। मतलब अगर उसको काम हुआ तो किसी दिन कोई और हो सकता है, बैंस कर सकता है, आप कर सकते हैं, कोई भी कर सकता है। ठीक है, मतलब ये अच्छा है ईश्वर जी। तो इसके लिए मतलब भवशील आप भी अपना एक ना 4-5 लोगों का एक ग्रुप देख लो, जो
किसी की एब्सेंस में कोई दूसरा आदमी जो है वो चला पाए, सारी मीटिंग को होल्ड कर पाए। तो और किसी का कोई सुझाव? हाँ इशू, तुम्हारा कुछ और किसी का कोई? EFT की ईमेल आईडी तो नहीं, हाँ हाँ अच्छा बाजवा, दूसरे लॉगिन कोई गुरजिंदर, किसी की कोई और एडवाइस? ठीक है सर। है? हाँ जी गुरजिंदर जी। ठीक है सर, मतलब अच्छी गल है, एम कर लेकर आए। हाँ, उसमें कुछ भी आप अपना एक्सपीरियंस भी बता सकते हो, है ना? आपका अपना एक्सपीरियंस क्या है, क्या क्या कुछ आया जब थे। मतलब क्या है कि आपने अपने आप को खोजना है, आप दुनिया के बेहतर इंसान हो और बेहतर बनना है। तो जब आप देखोगे कि मैं जब पहले आया था इस तरह का था, फिर आने के बाद मुझे ऐसा इम्प्रूवमेंट हुआ, अब ऐसा है, अब मैं ये सीरियल भी कर रहा हूँ, अब फलाना भी कर रहा हूँ, जो जो आपको लगता है भी, आपके आने से आपको लगता है कि आप में चेंज आया है। इससे पहले आपको परिवार के लोग क्या समझते थे, फलाना क्या समझता था, दूसरा जो जो है वो आपको पता है, हमें किसी को भी नहीं पता। आप जो भी, हर आदमी जो भी कोई स्टोरी नरेट करेगा वो उसकी स्टोरी होगी, चाहे वो झूठ बोले चाहे सच बोले, लेकिन हम लोग तो उसे सच मानेंगे और वो सच्ची होगी, क्योंकि उसने अपना एक्सपीरियंस ही बताना है, उसको तो कोई ज्यादा बड़ा करने की जरूरत नहीं है। इसलिए है कि उसमें से और क्या चीज उसको रहेगी जिसकी उसने पूर्ति करनी है, वो भी उसको पता है। अब हमें तो पता नहीं किसी के बारे में कि उसको किस चीज की ओर वो बताएगा। तो ये हमारे पास एक दूसरे को जानने के लिए बड़ा अच्छा मौका है। इस मौके का सही से हम काम करें तो मुझे लगता है कि ये सब्जेक्ट अगर आज से अगर आप शुरू कर दोगे इन पांचों के ऊपर काम, और ये सारे के सारे शब्द ऑब्जर्वेशन के साथ हम इस्तेमाल करते हैं, इवन मैं तो करता हूँ, और यही होता है कि कोई ना कोई एक शब्द को पकड़ लें और जितना भी टाइम उस पर मिले उसके बारे सोचना। तो एक बार शुरू करना है, और कभी कभी ऐसा भी होता है कि 5 शब्द तो बहुत बड़े हो जाते हैं, 5 अलग अलग सेंसेस के। एक शब्द कई बार एक एक हफ्ता एक एक महीना पीछा नहीं छोड़ता, और उसको पकड़ना, जिंदगी के बाकी काम भी करने, वो अदृश्य है शब्द जो हमारी थॉट में वो पीछा करता रहे। जब वो पीछा करेगा आप दाएं बाएं की आपके जीवन की जितनी चिंताएं हैं वो सब अपने आप दूर हो जाएंगी, क्योंकि उसकी तरफ आपका ध्यान ही नहीं जाना। आप इतने फ्री होंगे तो उसके बारे सोचोगे ना, जो चीज आपको तंग कर रही है। जब एक नई चीज आपका पीछा कर रही है और रोज करने को तैयार बैठी है, तो आपका कहीं और ध्यान जाएगा ही। आप चलते फिरते रूटीन अपने काम को, शेड्यूल को बनाते हुए उसको यूजली करते जाओगे, जो आप सबके लिए, आप सबको रिच करेगा और सबको, आपको एनहांसमेंट हर फील्ड में होगी, केवल एक एक्टिंग में नहीं, हर चीज में। आप जो जो काम करते हो उसमें आपको बढ़ोतरी ही मिलेगी। आप इस चीज को जिस दिन से आप लिखना शुरू करोगे उस दिन को भी आप नोट कर लो बेशक। कल को 10 साल बाद जब आप अपनी ऑटोबायोग्राफी लिखोगे तो उसमें वो सारे आपके जो एक्सपीरियंस है आपके ही काम आएंगे, आपकी ही बुक ज्यादा सेलेबल होगी, क्योंकि उसमें इतने अच्छे वो आपके एक्सपीरियंस होंगे, आपके अच्छे अनुभव होंगे, आपकी अच्छी यादें होंगी जो आपको और ज्यादा फल देगी। और उसको
लोग आपके एक्सपीरियंस से खुद को ट्रेन करेंगे, ऐसा मेरा पूर्ण विश्वास है, पक्का विश्वास है। तो मुझे लगता है कि आज के लिए मेरी तरफ से तो इतना ही है। कल जो हमने आज जितनी बात की है इस विषय को लेकर आगे बात करेंगे। टाइम सबका हम यही रखें 6 से 7 अभी यस सर। है, अभी 7 बज गए अभी। हाँ जी सर, 7 बज गए। ਜੀ ਸਰ 7 ਵਜ ਗਏ, ਇਹੀ ਟਾਈਮ ਠੀਕ ਰਹੇਗਾ ਸਰ। ਬਸ ਮੈਂ ਤੈਨੂੰ ਇੱਕ ਗੱਲ ਕਹਿਣੀ ਸੀ, ਜਿਹੜਾ ਤੁਸੀਂ ਛੋਟਾ ਗਰੁੱਪ ਬਣਾਇਆ ਹੋਇਆ ਇੱਕ ਹੋਰ, ਉਹਦੇ ਵਿੱਚੋਂ ਜਿਹੜਾ ਅੱਛਾ ਜੋ ਵੀ ਤੈਨੂੰ ਲੱਗਦਾ ਵੀ ਅੱਛੀ ਚੀਜ਼ ਹੈਗੀ ਹੈ ਵੀ ਇਹ ਵਾਲੇ TFT ਗਰੁੱਪ ਦੇ ਵਿੱਚ ਵੀ ਸ਼ੇਅਰ ਕਰਨੀ ਚਾਹੀਦੀ ਹੈ, ਤੇ ਉੱਤੇ ਕਰ ਦੋ ਵੀ ਉਹ ਜਿੰਨੇ ਲਿਖਿਆ ਹੋਏਗਾ ਉਹਨੂੰ ਵੀ ਥੋੜਾ ਹੌਸਲਾ ਮਿਲੂਗਾ ਨਾ ਨਾਲ। ਕੀ ਚੀਜ਼ ਮੈਂ ਬਾਜਵਾ ਸਮਝਿਆ ਨਹੀਂ ਗੱਲ। ਜੋ ਚੀਜ਼ ਅੱਛੀ ਹੈ ਉਹ ਆਪਾਂ ਗਰੁੱਪ 'ਚ ਸ਼ੇਅਰ ਕਰ ਦਿਆ ਕਰੀਏ। ਇਹ ਕੁਝ ਕਿਹਾ ਤੁਸੀਂ ਸਰ? ਜਿਵੇਂ ਬੈਂਸ ਨੇ ਇੱਕ ਗਰੁੱਪ ਬਣਾਇਆ ਹੋਇਆ ਨਾ ਹੋਰ, ਉਹਦੇ ਵਿੱਚ ਇਹ ਕਹਿੰਦਾ ਕਿ ਮੈਂ ਐਕਸਰਸਾਈਜ਼ ਪਾਉਂਦਾ ਰਹਿੰਦਾ, ਤੇ ਉਹ ਵੀ ਕੁਛ ਨਾ ਕੁਛ ਵੀਡੀਓਜ਼ ਜਾਂ ਫਿਰ ਲਿਖ ਕੇ ਮੈਨੂੰ ਉਹ ਗਰੁੱਪ ਦੇ ਵਿੱਚ ਪਾ ਦਿੰਦੇ ਆ ਜਿਹੜੇ ਨਵੇਂ ਆਰਟਿਸਟ ਹੈਗੇ ਨੇ। ਤੇ ਮੈਂ ਕਿਹਾ ਕਿ ਨਾ ਵੀ ਜੇ ਤੈਨੂੰ ਕੋਈ ਅੱਛਾ ਚੀਜ਼ ਲੱਗਦੀ ਹੈ ਤੇ ਉਹ TFT ਗਰੁੱਪ ਦੇ ਵਿੱਚ ਵੀ ਪਾ ਦਿਆ ਕਰ, ਸੋ ਦੈਟ ਆਪਾਂ ਵੀ ਪਾ ਦੋ, ਕਿਉਂਕਿ ਉਹ ਬਹੁਤ ਸਾਰਾ ਕਈ ਵਾਰੀ ਨਾ ਫਿਰ ਰਾਮ ਨਮਸਤੇ, ਫੁੱਲਾਂ ਦੇ ਗੁਲਦਸਤੇ, ਹਨਾ, ਇਹੋ ਜਿਹੀਆਂ ਚੀਜ਼ਾਂ ਲੋਕ ਪਾਣੀਆਂ ਸ਼ੁਰੂ ਕਰ ਦਿੰਦੇ ਹੈਗੇ ਆ, ਤੇ ਉਹ ਫਿਰ ਘਰ 'ਚ ਜਗ੍ਹਾ ਹੁੰਦੀ ਨਹੀਂ ਇੰਨੇ ਫੁੱਲ ਸਾਂਭਣ ਦੀ। ਇਸ ਕਰਕੇ ਉਹਨਾਂ ਚੀਜ਼ਾਂ ਤੋਂ ਬੈਂਸ ਹੀ ਕੋਈ ਮਤਲਬ ਤੁਸੀਂ ਸਾਰੇ ਲੋਕ ਕ੍ਰੀਏਟਿਵ ਬੰਦੇ ਹੋ ਨਾ, ਤੁਸੀਂ ਸਾਰੇ ਕ੍ਰੀਏਟਿਵ ਬੰਦੇ ਹੋ, ਤੁਹਾਨੂੰ ਲੱਗਦਾ ਇਹ ਕ੍ਰੀਏਟਿਵ ਕੰਮ ਹੈ ਜਾਂ ਕੋਈ ਦੇਖੇਗਾ ਤੁਹਾਨੂੰ ਐਪਰੀਸ਼ੀਏਟ ਕਰੇ, ਤੇ ਉਹ ਕ੍ਰੀਏਟਿਵ ਕੰਮ ਜ਼ਰੂਰ ਕਰਨਾ ਚਾਹੀਦਾ ਹੈਗਾ। ਠੀਕ ਹੈ ਕਿ ਨਹੀਂ? ਜਿਸ ਤਰੀਕੇ ਨਾਲ ਹੁਣ ਭੁਪਿੰਦਰ ਕਰ ਰਿਹਾ ਹੈਗਾ ਕਿਚਨ 'ਚ, ਮੈਨੂੰ ਲੱਗਦਾ ਚਾਹ ਚੁ ਲੱਗਾ ਬਣਾਉਣ ਸ਼ਾਇਦ, ਨੀਂਬੂ ਪਾਣੀ ਬਣਾ ਰਿਹਾ ਜੀ। ਤੇ ਇਹ ਚੀਜ਼ਾਂ ਨੂੰ ਆਪਣਾ ਕਰਦੇ ਰਹਿੰਦੇ ਆ। ਠੀਕ ਹੈ, ਕੱਲ ਤੋਂ ਆਪਾਂ ਟਾਈਮ ਦਾ ਵੀ ਇੱਕ ਵਾਰੀ ਭਵਸ਼ੀਲ ਜੀ ਸਭ ਨਾਲ ਗੱਲ ਕਰਕੇ, ਓਕੇ ਸਰ, ਕਿਉਂਕਿ ਆਪਾਂ ਨੂੰ ਹੁਣ ਮੰਨ ਲਓ ਕਿ ਜੋ ਅਸੀਂ ਸਾਡਾ ਇੱਕ ਆਬਜ਼ਰਵੇਸ਼ਨ ਦਾ ਚੈਪਟਰ ਹੈਗਾ, ਇਹ ਚੈਪਟਰ ਮੈਂ ਤੁਹਾਨੂੰ ਬਹੁਤ ਇੱਕ ਲਾਈਨ 'ਚ ਸਮਝਾਇਆ ਹੈਗਾ ਜਾਂ ਉਹਦਾ ਪੁਆਇੰਟ ਹੀ ਦੱਸਿਆ ਇੱਕ। ਜਦੋਂ ਤੁਸੀਂ ਇਹਦੇ ਤੇ ਵਰਕਆਊਟ ਕਰੋਗੇ ਉਹ ਬਹੁਤ ਲੰਬਾ ਹੋ ਜਾਏਗਾ, ਬਹੁਤ ਜ਼ਿਆਦਾ ਤਰੀਕੇ ਨਾਲ ਤੁਹਾਨੂੰ ਪਿੱਛਾ ਤੁਹਾਡਾ ਨਹੀਂ ਛੱਡੇਗਾ। ਫਿਰ ਜਦੋਂ ਕੋਈ ਉਸਨੂੰ ਐਕਸਪਲੇਨ ਕਰਨ ਤੇ ਆਏਗਾ, ਪਤਾ ਨਹੀਂ ਕਿੰਨਾ ਸਮਾਂ ਲਏਗਾ ਉਹ। ਔਰ ਇਸ ਕਰਕੇ ਵੀ ਭਵਸ਼ੀਲ ਜਾਂ ਜੋ ਵੀ ਤੁਸੀਂ ਗਰੁੱਪ ਬਣਾਓਗੇ, ਭਵਸ਼ੀਲ ਹੈ 4-5 ਬੰਦਿਆਂ ਦਾ ਜਿਹੜਾ ਈਸ਼ਵਰ ਨੇ ਸਾਨੂੰ ਕਿਹਾ ਹੈ, ਕੋਸ਼ਿਸ਼ ਹੋਵੇ ਕਿ ਉਹ ਇੱਕ ਦਿਨ ਦੇ ਵਿੱਚ 4-5 ਦਿਨ, ਕੱਲ ਜਿਸ ਤਰ੍ਹਾਂ ਕੱਲ ਪਹਿਲਾ ਦਿਨ ਹੈ, ਕੱਲ 5 ਬੰਦੇ ਜਿਹੜੇ ਤੁਹਾਨੂੰ ਪਹਿਲਾਂ ਭੇਜਦੇ ਆ ਨਾਮ ਵੀ ਅਸੀਂ ਇਹਦੇ ਬਾਰੇ ਕੁਝ ਸੋਚਿਆ ਹੈ, ਚਾਹੇ ਉਹ ਇੱਕ ਸੈਂਸਿਸ ਦੇ ਬਾਰੇ ਹੀ ਗੱਲ ਹੋਵੇ, ਤੇ ਉਹਨਾਂ ਦੇ 5 ਦੇ ਪਹਿਲਾਂ ਨੋਟ ਕਰ ਲਓ। ਇੱਕ ਸਾਨੂੰ ਇਹ ਪਤਾ ਲੱਗ ਜਾਏਗਾ ਕਿ 5 ਬੰਦੇ ਕਿੰਨਾ ਟਾਈਮ ਲੈਂਦੇ। ਉਹ ਤੋਂ ਬਾਅਦ ਅਸੀਂ ਅੱਗੇ ਹੋਰ ਕੀ ਡਿਸਕਸ਼ਨ ਜਿਹੜੀ ਹੈ ਕਰਨੀ ਸੀਗੀ। ਹੁਣ ਆਪਾਂ ਜਿਹੜੀ ਹੈ ਫੈਸਟੀਵਲ ਦੀ ਵੀ ਕਰਨੀ ਸੀਗੀ, ਇਹ ਕੇਸ ਦੀ ਕਰਨੀ ਹੈ ਵੀ ਤੁਹਾਨੂੰ ਘਰ ਬੈਠੇ ਨੂੰ ਕੋਈ, ਮੇਰਾ ਮਤਲਬ ਇਹ ਹੈ ਕਿ ਹੋਮਵਰਕ ਦੇਣਾ ਔਰ ਕੁਛ ਨਾ ਕੁਛ ਤੁਹਾਡੇ ਨਾਲ ਗੱਲਬਾਤ ਕਰਨੀ, ਉਹ ਇੱਕ ਮੇਰਾ ਮੇਨ ਮਕਸਦ ਹੈਗਾ। ਤੇ ਉਹਦੇ ਬਾਰੇ ਅਸੀਂ ਕੱਲ ਇੱਕ ਪਹਿਲਾ ਟ੍ਰਾਇਲ ਕਰਦੇ ਹਾਂ, ਉਸ 'ਚ ਕਿੰਨਾ ਟਾਈਮ ਲੱਗਦਾ ਬਾਅਦ 'ਚੋਂ ਅਸੈਸ ਕਰ ਲਾਂਗੇ। ਕੱਲ ਛੁੱਟੀ ਹੈ ਕਿ ਅਸੀਂ 2 ਘੰਟੇ ਵੀ ਬੈਠ ਸਕਦੇ ਹਾਂ, ਉਹ ਵੀ ਇੱਕ ਵਾਰੀ ਗਰੁੱਪ ਦੇ ਵਿੱਚ ਸਭ ਦਾ ਕੰਸੈਂਟ ਲੈ ਲਓ। ਠੀਕ ਹੈ, ਗਰੁੱਪ ਦੇ ਵਿੱਚ ਸਾਰਿਆਂ ਦਾ ਕੰਸੈਂਟ ਲੈਣ ਤੋਂ ਬਾਅਦ ਉਸਨੂੰ ਅਸੀਂ ਫਿਰ ਅੱਗੇ ਉਸ ਤਰੀਕੇ ਨਾਲ ਚੱਲਦੇ ਹਾਂ। ਚਲੋ ਠੀਕ ਹੈ, ਬਹੁਤ ਸਾਰਿਆਂ ਨੂੰ ਜਿਹੜਾ ਹੈ ਇਸ ਗੱਲ ਦੀ ਅੱਜ ਦੀ ਪਹਿਲੀ ਮੀਟਿੰਗ ਦੀ ਧੰਨਵਾਦ, ਮੁਬਾਰਕਾਂ। ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ, ਸਵਸਥ ਰਹੋ, ਤੰਦਰੁਸਤ ਰਹੋ। ਇਸੇ ਦੇ ਨਾਲ ਹੀ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਨਮਸਤੇ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਸਰ। ਕਿਸੇ ਨੂੰ ਰਾਏ ਦੇਣੀ ਹੈ, ਕਿਸੇ ਨੇ ਉਹ ਦੇ ਸਕਦਾ ਹੈ। ਆਸ਼ੀਸ਼ ਜੀ ਨਮਸਤੇ। ਮੁਬਾਰਕੀ ਕੀ ਪ੍ਰਣਾਮ ਸਰ।
ਸਰ ਮੰਡੇ ਨੂੰ ਬਾਜਵੇ ਨੇ ਕਿਹਾ ਹੈ ਉਹ ਮੋਹਾਲੀ ਵਾਲੇ ਜਿਹੜੇ ਮੋਹਾਲੀ ਚੰਡੀਗੜ੍ਹ ਵਾਲੇ ਸਾਰੇ ਮੇਰੇ TFT ਦੇ ਲੋਕ ਹੈ ਉਹਨਾਂ ਦੇ ਘਰ ਜਾ ਕੇ ਨਿੰਬੂ ਪਾਣੀ ਛੱਡ ਕੇ ਆਏਗਾ। ਪਾਣੀ ਪੀ ਸਕਦੇ ਆ ਸਰ ਮੇਰੇ ਕੋਲੇ ਆ ਕੇ। ਨਹੀਂ ਇਹ ਛੱਡ ਕੇ ਆਏਗਾ, ਸਾਰਿਆਂ ਨੂੰ ਵੰਡ ਕੇ ਆਏਗਾ, ਇਹਨੂੰ ਬੋਲਿਆ। ਮੈਂ ਕੱਲ ਲੈ ਕੇ ਫੇਰ ਬੈਠੂਗਾ ਗਲਾਸ ਇੱਕ ਨਿੰਬੂ ਪਾਣੀ ਦਾ। ਚਲੋ ਠੀਕ ਹੈ, ਕੋਈ ਹੋਰ ਕਿਸੇ ਨੇ ਕੋਈ ਵਿਸ਼ੇਸ਼ ਕੋਈ ਗੱਲ ਹੈ ਤੇ ਦੱਸਣੀ ਹੈ ਤੇ ਦੱਸੋ। ਨੈਕਸਟ ਵੀਡੀਓ ਸਰ ਆਪਾਂ ਪਰਸੋਂ ਪਾਵਾਂਗੇ। ਹੈ ਜੀ ਨੈਕਸਟ ਵੀਡੀਓ ਸਰ ਆਪਾਂ ਦੋਨੋਂ ਬਣਾ ਰਹੇ ਆ ਤੇ ਪਰਸੋਂ ਪਾ ਦਾਂਗੇ ਸਰ। ਹਾਂ ਵੀਡੀਓ ਵੀ ਨਵੀਂ ਪਾਣਾ। ਕੋਈ ਹੋਰ ਮੈਂ ਕਿਹਾ ਕਿਸੇ ਦੇ ਮਨ ਦੇ ਵਿੱਚ ਕੋਈ ਵਿਚਾਰ ਕੋਈ ਗੱਲਬਾਤ ਹੈ ਤੇ ਦੱਸ ਸਕਦਾ ਹੈਗਾ। चलो सेंटी सर गंभीर लग रहे हैं। सेंटी सर कुछ बोलना है? सेंटी सर बहुत गंभीर लग रहे हैं। सेंटी सर कुछ बोलना है? प्रमोशन, हाँ जी प्रमोशन। सेंटी जी कुछ तुसी दसो। नहीं सर, बड़ी अच्छी मीटिंग हुई है और बड़ी हेल्दी डिस्कशन हुई है और मैं उम्मीद करता हूँ कि नेक्स्ट टू नेक्स्ट ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਹੋਰ ਜ਼ਿਆਦਾ ਬੰਦੇ ਜੁੜਨਗੇ। ਅੱਜ ਸਾਡੀ ਪਹਿਲੀ ਮੀਟਿੰਗ ਸੀ, ਜਿਵੇਂ 23 ਦੇ ਵਿੱਚ ਕਾਫੀ ਦਿਨਾਂ ਬਾਅਦ ਰਿਹਰਸਲ ਕਰਨ ਜਾਈਏ ਤਾਂ ਪਹਿਲੇ ਦਿਨ ਥੋੜੇ ਘੱਟ ਬੰਦੇ ਹੁੰਦੇ ਆ ਤੇ ਜਦੋਂ ਰਿਹਰਸਲ ਸ਼ੁਰੂ ਹੋ ਜਾਂਦੀ ਹੈ ਤੇ ਉਦੋਂ ਬੰਦੇ ਮਿਲਣੇ ਸ਼ੁਰੂ ਹੋ ਜਾਂਦੇ। ਸੋ ਅੱਜ ਦੀ ਮੀਟਿੰਗ ਦੇ ਵਿੱਚ ਘੱਟ ਸੰਖਿਆ ਸੀ। ਉਮੀਦ ਹੈ ਵੀ ਅਗਲੀ ਮੀਟਿੰਗ 'ਚ ਵੱਧ ਤੋਂ ਵੱਧ ਸੰਖਿਆ ਹੋਊਗੀ ਔਰ ਜਿਹੜੀ ਕੀਪੀ ਦੇ ਸਰ ਨੇ ਗੱਲ ਛੇੜੀ ਹੈ ਤੇ ਉਹਦਾ ਰਿਜ਼ਲਟ ਬੜਾ ਫਰੂਟਫੁਲ ਤੇ ਸਾਰੇ ਲਈ ਲਾਹੇਵੰਦ ਹੋਵੇ। सेंटी जी ਤੁਹਾਡਾ ਵੀ ਅਸੀਂ ਸੀਰੀਅਲ ਜੀ ਜਨਾਬ ਰੋਜ਼ ਦੇਖ ਰਹੇ ਹਾਂ, ਮੌਕਾ ਮਿਲਿਆ ਸਾਨੂੰ ਵੀ। ਬਹੁਤ ਅੱਛਾ ਤੁਹਾਡਾ ਅਭਿਨੇ, ਇਸ ਤਰ੍ਹਾਂ ਚੜ੍ਹਦੀਆਂ ਕਲਾਂ ਚ ਰਹੋ। ਥੈਂਕ ਯੂ ਸਰ, ਥੈਂਕ ਯੂ। ਇੱਕ ਚ ਉਹ ਸੀਰੀਅਲ ਚ ਉਹ ਲੜਕਾ ਵੀ ਆਇਆ ਸੀ ਜਿਹੜਾ ਚਿਹਰੇ ਚ ਸੀ, ਕੀ ਨਾਮ ਹੈ ਉਹਦਾ? ਕੋਰਟ ਮਾਰਸ਼ਲ ਚ ਵੀ ਉਹਨੇ ਕੰਮ ਕੀਤਾ ਹੋਇਆ ਨਾ। ਆਸ਼ੀਸ਼ ਸਰ ਹੈਗਾ ਉਹ ਜਿਹੜਾ ਸਰਪੰਚ ਬਣਿਆ ਹੋਇਆ ਹੈ। आशीष भी है, काफी सारे कैरेक्टर हैं। है आशीष, नाम से आकाश, सर? दीप और ਐਨਕਾਂ ਵਾਲਾ ਲੜਕਾ ਸੀ, ਕੀ ਨਾਮ ਸੀ ਉਹਦਾ? हितेश, हितेश। हितेश। हाँ उससे काफी सारे एक्टर हैं, हितेश, प्रिया, मोनू, आशीष, नवदीप, ਸਰ ਜੀ ਜਨਾਬ ਦੇ आकाश। ਵਿੱਚ ਸਰ ਜੀ ਜਨਾਬ ਦੇ ਵਿੱਚ 3 ਡਿਪਾਰਟਮੈਂਟ ਕੰਮ ਕਰ ਰਹੇ ਨੇ। ਇੱਕ ਤਾਂ ਇੰਡੀਅਨ ਥੀਏਟਰ ਕੰਮ ਕਰ ਰਿਹਾ ਹੈ, ਦੂਸਰਾ TFT ਐਂਡ ਤੀਸਰਾ ਇੰਪੈਕਟ ਆਰਟ। ਇਹ 3 ਡਿਪਾਰਟਮੈਂਟ ਕੰਮ ਕਰ ਰਹੇ ਨੇ। ਚਲੋ ਚਲੋ ਗੁੱਡ, ਐਦਾਂ ਚੜ੍ਹਦੀਆਂ ਕਲਾ ਚ ਰਹੋ ਭਾਈ। ਓਕੇ ਓਕੇ ਬਾਏ ਸਰ, ਬਾਏ एवरीवन, ਬਾਏ 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 ਬਾਏ। Bye.